ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਨਾ ਸਾਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਦਇਆ ਦੇ ਸੋਮੇ, ਗਿਆਨ ਦੇ ਪੁੰਜ, ਤਿੰਨਾਂ ਦੀ ਪਾਵਨ ਅਰ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤਸੰਗੀ ਜਨੋ, ਆਪ ਅਤ ਧੰਤਾ ਦੇ ਪਾਤਰ ਹੋ, ਜੋ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਆ ਕਰਕੇ ਸਤਿਗੁਰਾਂ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰਦੇ ਹੋ। ਸਤਿਗੁਰਾਂ ਦੀ ਨਿੱਕੀ ਗੋਦ ਦਾ ਆਨੰਦ ਮਾਣਦੇ ਹੋ, ਕਿਉਂਕਿ ਸਿੱਖ ਦੇ ਜੀਵਨ ਦਾ ਮੁੱਢਲਾ ਕਰਮ ਹੀ ਸਤ ਸੰਗਤ ਤੋਂ ਸ਼ੁਰੂ ਹੁੰਦਾ ਹੈ। ਜੇਕਰ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰਮੁਖੋ ਇਸ ਗੱਲ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਸੰਗਤ ਦਾ ਜੀਵਨ ਦੇ ਵਿੱਚ ਕੀ ਮਹੱਤਵ ਹੈ। ਅਸੀਂ ਕਿਸ ਦੇ ਵਾਸਤੇ ਸੰਗਤ ਦੇ ਵਿੱਚ ਆਉਂਦੇ ਹਾਂ, ਤਾਂ ਹੀ ਸਾਡਾ ਸੰਗਤ ਦੇ ਵਿੱਚ ਆਇਆ ਹੋਇਆ ਸਫਲ ਹੈ। ਮੱਲ ਕਹਿੰਦੇ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਕਿ ਸੰਗਤ ਦੇ ਵਿੱਚ ਇੱਕ ਪਰਮਾਤਮਾ ਦੀ ਹੀ ਗੱਲ ਹੁੰਦੀ ਹੈ, ਇੱਕ ਪਰਮਾਤਮਾ ਨੂੰ ਪਾਉਣ ਦੀ, ਗੁਰੂ ਨੂੰ ਪਾਉਣ ਦੀ ਗੱਲ ਹੁੰਦੀ ਹੈ। ਸੰਗਤ ਦੇ ਵਿੱਚ ਆਉਂਦੇ ਜਦੋਂ, ਕਿਉਂਕਿ ਅਕਸਰ ਸੰਗਤ ਦੇ ਵਿੱਚ 5 ਪ੍ਰਕਾਰ ਦੀ ਬਿਰਤੀ ਦੇ ਲੋਕ ਆਉਂਦੇ ਨੇ। ਹਰ ਇੱਕ ਮਨੁੱਖ ਦੀ ਬਿਰਤੀ ਵੱਖਰੋ ਵੱਖਰੀ ਹੈ। ਕੋਈ ਕਿਸ ਬਿਰਤੀ ਤੋਂ ਸੋਚ ਰਿਹਾ ਹੈ, ਕੋਈ ਕਿਸ ਬਿਰਤੀ ਤੋਂ ਸੋਚ ਰਿਹਾ ਹੈ। ਪਹਿਲੀ ਬਿਰਤੀ ਦੇ ਉਹ ਲੋਕ ਨੇ ਪ੍ਰਮਾਣ ਬਿਰਤੀ, ਦੂਸਰੀ ਬਿਰਤੀ ਵਿਪਰਜ ਬਿਰਤੀ, ਤੀਸਰੀ ਨਿੰਦਰਾ ਬਿਰਤੀ, ਚੌਥੀ ਵਿਕਲਪ ਤੇ ਪੰਜਵੀਂ ਸਿਮਰਤੀ ਬਿਰਤੀ। ਪਹਿਲੀ ਬਿਰਤੀ ਪ੍ਰਮਾਣ ਬਿਰਤੀ। ਪ੍ਰਮਾਣ ਬਿਰਤੀ ਦੇ ਕਿਹੜੇ ਲੋਕ ਨੇ? ਜਿਹੜੇ ਸੰਗਤ ਦੇ ਵਿੱਚ ਆਉਂਦੇ ਨੇ, ਆ ਕੇ ਸੰਗਤ ਦੇ ਵਿੱਚ ਜਿਨ੍ਹਾਂ ਦਾ ਮਨ ਇਕਾਗਰ ਨਹੀਂ, ਦੁਨਿਆਵੀ ਰਸਾਂ ਦੇ, ਦੁਨਿਆਵੀ ਕਸਾਂ ਦੇ ਵਿੱਚ ਫਸੇ ਹੋਏ ਨੇ। ਮਨ ਹੈ ਜਿਹੜਾ ਉਹ ਸੰਸਾਰਿਕ ਕੰਮਾਂ ਦੇ ਵਿੱਚ ਫਸਿਆ ਹੋਇਆ ਹੈ। ਆ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਪਰ ਮਨ ਫਿਰ ਦੁਨਿਆਵੀ ਕੰਮਾਂ ਦੇ ਵਿੱਚ ਹੈ। ਦੂਸਰੀ ਬਿਰਤੀ ਵਿਪਰਜ ਬਿਰਤੀ। ਵਿਪਰਜ ਬਿਰਤੀ ਦੇ ਉਹ ਲੋਕ ਜਿਹੜੇ ਬ੍ਰਹਮ ਨੂੰ ਅਸਤ ਕਰਕੇ ਮੰਨਦੇ ਨੇ, ਭਾਵ ਕਿ ਜੋ ਗੁਰੂ ਦਾ ਗਿਆਨ ਦੱਸ ਰਿਹਾ ਹੈ, ਜੋ ਪਰਮਾਤਮਾ ਦੇ ਵੱਲ, ਪਰਮਾਤਮਾ ਨੂੰ ਪਾਉਣ ਦਾ ਗਿਆਨ ਸਾਨੂੰ ਗੁਰੂ ਦੱਸ ਰਿਹਾ ਹੈ, ਉਸ ਗਿਆਨ ਨੂੰ ਛੱਡ ਕੇ ਮਨ ਦੇ ਪਿੱਛੇ ਲੱਗਣਾ ਵਿਪਰਜ ਬਿਰਤੀ ਦੇ ਲੋਕ ਨੇ। ਤੀਸਰੀ ਬਿਰਤੀ ਨਿੰਦਰਾ ਬਿਰਤੀ, ਭਾਵ ਕਿ ਜਾਗਰਿਤ ਅਵਸਥਾ ਨੂੰ ਛੱਡ ਕੇ, ਸੁਪਨ ਅਵਸਥਾ ਨੂੰ ਛੱਡ ਕੇ ਅਵਿਦਿਆ ਦੇ ਵਿੱਚ ਲੀਨ ਹੋਣਾ, ਅਗਿਆਨਤਾ ਦੇ ਵਿੱਚ ਵਸੇ ਰਹਿਣਾ। ਚੌਥੀ ਬਿਰਤੀ ਕਿਹੜੀ ਹੈ? ਚੌਥੀ ਬਿਰਤੀ ਹੈ ਵਿਕਲਪ ਬਿਰਤੀ। ਗੁਰੂ ਦੇ ਸਨਮੁਖ ਤਾਂ ਬੈਠੇ ਹਾਂ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਪਰ ਗੁਰਮੁਖੋਂ ਮਨ ਇਕਾਗਰ ਨਹੀਂ।
ਮਨ ਇਕਾਗਰ ਨਹੀਂ, ਪਰ ਫਿਰ ਵੀ ਅਸੀਂ ਗੁਰੂ ਤੋਂ ਦੁਨਿਆਵੀ ਸੁੱਖਾਂ ਦੀ ਇੱਛਾ ਰੱਖ ਰਹੇ ਹਾਂ। ਪੰਜਵੀਂ ਬਿਰਤੀ ਹੈ ਸਿਮਰਤੀ ਬਿਰਤੀ। ਇਸ ਬਿਰਤੀ ਦੇ ਲੋਕ ਉਹ ਨੇ ਕਿ ਗੁਰੂ ਦੇ ਗਿਆਨ ਨੂੰ ਸੁਣਦੇ ਨੇ, ਪਰਮਾਤਮਾ ਦੇ ਨਾਮ ਨੂੰ ਵੀ ਜਪਦੇ ਨੇ, ਪਰ ਨਾਲ ਦੀ ਨਾਲ ਆਪਣੇ ਮਨ ਦੀ, ਆਪਣੇ ਹਿਰਦੇ ਦੀ ਖੋਜ ਕਰਦੇ ਪਏ ਨੇ। ਪਿਛਲੇ ਕੀਤੇ ਹੋਏ ਕਰਮਾਂ ਨੂੰ ਖੋਜ ਰਹੇ ਨੇ। ਗੁਰੂ ਦਾ ਗਿਆਨ ਜੋ ਦੱਸ ਰਿਹਾ ਹੈ, ਅਸੀਂ ਉਸ ਗਿਆਨ ਦੇ ਰਾਹੀਂ ਮਨ ਨੂੰ ਖੋਜ ਰਹੇ ਨੇ ਕਿ ਮੈਂ ਕਿਹੜੇ ਕਿਹੜੇ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕੀਤੇ, ਕਿਹੜੇ ਚੰਗੇ ਕਰਮ ਕੀਤੇ। ਆਪਣੇ ਕਰਮਾਂ ਦਾ ਲੇਖਾ ਜੋਖਾ ਕਰਦੇ ਨੇ। ਇਸੇ ਕਰਕੇ ਗੁਰਮੁਖੋ, ਸੰਗਤ ਦੇ ਵਿੱਚ ਆ ਕਰਕੇ ਮਨੋ ਬਿਰਤੀਆਂ ਨੂੰ ਇਕਾਗਰ ਕਰਿਆ ਕਰੀਏ, ਕਿਉਂਕਿ ਸੰਗਤ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ, ਜਿਸ ਨੂੰ ਭਾਈ ਗੁਰਦਾਸ ਜੀ ਨੇ ਬੜੇ ਸੌਖੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਦਿੱਤਾ। ਬੜੀ ਸੁਖੈਨ ਭਾਖਾ ਦੇ ਵਿੱਚ ਆਪਣੇ ਕਵਿਤਾਂ ਦੇ ਵਿੱਚ ਬਿਆਨ ਕਰਦੇ ਨੇ। ਕਹਿੰਦੇ ਕਿ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮੈਲੇ ਜੈਸੇ ਕੇਸ ਹੂੰ ਭਿਆਨ ਹੈ, ਜੈਸੇ ਬਿਨ ਮਾਂਜੇ ਦਰਪਣ ਜੋਤਹੀਨ, ਬਰਖਾ ਵੀ ਹੋਣ ਜੈਸੇ ਖੇਤ ਮੇ ਨਾ ਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਅੰਬਰ ਤੋਂ ਭਾਵ ਹੈ ਵਸਤਰ, ਕਿ ਜਿਸ ਤਰ੍ਹਾਂ ਵਸਤਰਾਂ ਨੂੰ ਧੋਤੇ ਤੋਂ ਬਿਨਾਂ ਵਸਤਰ ਹਮੇਸ਼ਾ ਗੰਦੇ ਹੀ ਲੱਗਦੇ ਨੇ, ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਵਰਖਾ ਵੀ ਹੋਣ ਜੈਸੇ ਖੇਤ ਮੇ ਨਾ ਧਾਨ। ਭਾਈ ਗੁਰਦਾਸ ਜੀ ਕਹਿੰਦੇ ਕਿ ਵਰਖਾ ਹੋਈ ਨਹੀਂ, ਜ਼ਮੀਨ ਦੇ ਵਿੱਚ ਅੰਨ ਪੈਦਾ ਨਹੀਂ ਹੋਵੇਗਾ। ਇੱਕ ਦੀਵੇ ਦੀ ਉਦਾਹਰਨ ਦੇ ਕੇ ਸਮਝਾ ਰਹੇ ਨੇ ਕਿ ਜੇਕਰ ਇੱਕ ਕਮਰੇ ਦੇ ਵਿੱਚ ਹਨੇਰਾ ਹੈ, ਦੀਵਾ ਜਗਦਾ ਨਹੀਂ, ਹਨੇਰੇ ਦੇ ਵਿੱਚ ਕਮਰੇ ਦੇ ਵਿੱਚ ਕੁਝ ਵੀ ਦਿਖੇਗਾ। ਲੋਨੇ ਘ੍ਰਿਤ ਬਿਨ ਜੈਸੇ ਭੋਜਨ ਸਮਾਨ ਹੈ, ਭੋਜਨ ਬਣਾਉਂਦੇ ਸਮੇਂ, ਕੋਈ ਸਬਜ਼ੀ ਬਣਾਉਂਦੇ ਸਮੇਂ ਅੰਦਰ ਲੂਣ ਦੀ ਮਾਤਰਾ ਘੱਟ ਹੈ, ਲੂਣ ਜ਼ਿਆਦਾ ਪੈ ਗਿਆ, ਗੁਰਮੁਖੋ ਸਬਜ਼ੀ ਦਾ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਹਿੰਦੇ ਕਿ ਤੈਸੇ ਸਤ ਸੰਗਤ ਬਿਨ ਮਿਟਤ ਨਾ ਭੈ ਪਰਮ ਬਿਨ ਗੁਰ ਗਿਆਨ ਹੈ। ਕਹਿੰਦੇ ਕਿ ਸੰਗਤ ਦੇ ਵਿੱਚ ਆ ਕਰਕੇ ਗੁਰੂ ਦੇ ਗਿਆਨ ਨੂੰ ਧਾਰਨ ਨਹੀਂ ਕੀਤਾ। ਕਹਿਣ ਲੱਗੇ ਕਿ ਜਿਹੜੀ ਸਾਡੇ ਮਨਾਂ ਦੇ ਅੰਦਰ ਡਰ ਪਿਆ ਹੋਇਆ ਹੈ, ਮਿਟਤ ਨਾ ਭੈ, ਜਿਹੜਾ ਡਰ ਹੈ ਸਾਡੇ ਅੰਦਰ ਮੌਤ ਦਾ, ਦੁਨਿਆਵੀ ਕੰਮਾਂ ਦਾ ਡਰ ਹੈ, ਮਿਟਤ ਨਾ ਭੈ ਭਰਮ ਬਿਨ ਗੁਰੂ ਗਿਆਨ ਹੈ। ਗੁਰੂ ਦੇ ਗਿਆਨ ਤੋਂ ਬਿਨਾਂ ਉਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਇਸੇ ਕਰਕੇ ਗੁਰਮੁਖੋ, ਆਓ ਮਨੋ ਬਿਰਤੀਆਂ ਨੂੰ ਕਰੀਏ ਇਕਾਗਰ। ਦੋਏ ਕਰ ਜੋੜ ਬੁਲਾਓ ਫਤਿਹ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਤਿੰਨਾਂ ਨੇ ਰਾਮਕਲੀ ਰਾਗ ਦੇ ਅੰਦਰ ਜੋ ਬਾਣੀ ਅਸੀਂ ਨਿਤਨੇਮ ਦੀ ਬਾਣੀਆਂ ਦੇ ਵਿੱਚ ਹਰ ਰੋਜ਼ ਪੜ੍ਹਦੇ, ਆਨੰਦ ਸਾਹਿਬ ਦੀ ਬਾਣੀ, ਮਾਲਕ ਉਸ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਨੇ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਆਨੰਦ ਦੀ ਵਿਆਖਿਆ ਕਰ ਰਹੇ ਨੇ। ਦੁਨੀਆ ਦੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਅਸਲ ਦੇ ਵਿੱਚ ਆਨੰਦ ਹੈ ਕੀ, ਕਿਉਂਕਿ ਬਾਣੀ ਕਦੇ ਵੀ ਇਸ ਤਰ੍ਹਾਂ ਨਹੀਂ ਉਚਾਰੀ ਜਾਂਦੀ। ਜੇਕਰ ਹਿਰਦਾ ਸਾਫ਼ ਹੈ, ਅੰਦਰੋਂ ਸੁਰਤ ਪਰਮਾਤਮਾ ਦੇ ਨਾਲ ਲੱਗੀ ਹੈ, ਗੁਰਮੁਖੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਜੀਵਨ ਨੂੰ ਪੜ੍ਹਾਂਗੇ, ਪਤਾ ਲੱਗਣਾ ਕਿ ਹਿਰਦੇ ਦੇ ਅੰਦਰ ਕੀ ਘਾਟ ਸੀ, ਕਿਉਂ ਮਨ ਦੇ ਵਿੱਚ ਅਸ਼ਾਂਤੀ ਸੀ, ਜਿਸ ਦੇ ਕਰਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਨੂੰ ਉਚਾਰਨ ਕੀਤਾ। ਆਨੰਦ ਦੀ ਵਿਆਖਿਆ ਨੂੰ ਕਰ ਰਹੇ ਨੇ। ਪਿਛੋਕੜ ਜਦੋਂ ਅਸੀਂ ਦੇਖਦੇ ਹਾਂ ਕਿ ਹਿੰਦੂ ਪਰਿਵਾਰ ਤੋਂ ਹੈ, ਤੀਰਥਾਂ ਦੇ ਉੱਤੇ ਹਰ ਸਾਲ ਸੰਗਤ ਲੈ ਕੇ ਜਾਂਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਅੰਦਰ ਅਸ਼ਾਂਤੀ ਹੈ ਅੰਦਰ, ਕਿਉਂਕਿ ਗਿਆਨ ਨਹੀਂ ਪਰਮਾਤਮਾ ਦਾ।
ਇੱਕ ਵਾਰ ਰੁਕਦੇ ਰੁਕਦੇ ਰਸਤੇ ਦੇ ਵਿੱਚ ਜਦੋਂ ਰੁਕੇ, ਕਹਿਣ ਲੱਗੇ ਕਿ ਰੋਕ ਕੇ ਆਪਣੇ ਸੰਗਤ ਦੇ ਨਾਲ ਜਦੋਂ ਪ੍ਰਸ਼ਾਦਾ ਪਾਣੀ ਛਕਣ ਲੱਗੇ, ਜਿਹੜਾ ਪੰਡਿਤ ਸੀ, ਪੰਡਿਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਅਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਧਾਰਨ ਨਹੀਂ ਕੀਤਾ, ਤਾਂ ਪੰਡਿਤ ਗੁਰਮੁਖ ਉਸ ਸਮੇਂ ਬੜਾ ਗੁੱਸੇ ਦੇ ਵਿੱਚ ਕ੍ਰੋਧਿਤ ਹੋ ਗਿਆ। ਕਹਿਣ ਲੱਗਿਆ ਕਿ ਮੈਂ ਇੱਕ ਨਿਗਰੇ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੱਤਾ ਹੈ, ਮੇਰਾ ਜਨਮ ਭ੍ਰਿਸ਼ਟ ਹੋ ਗਿਆ। ਗੁਰਮੁਖੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਦੇ ਵਿੱਚ ਜਦੋਂ ਇਹ ਬੋਲ ਪਏ, ਸੱਚਮੁੱਚ ਮਨ ਦੇ ਅੰਦਰ ਅਸ਼ਾਂਤੀ ਹੋ ਗਈ ਕਿ ਮੇਰੇ ਅੰਦਰ ਕਿਸ ਚੀਜ਼ ਦੀ ਕਮੀ ਹੈ। ਤਾਂ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ, ਇਸ ਪੌੜੀ ਦੇ ਅੰਦਰ ਸਾਨੂੰ ਆਨੰਦ ਦੀ ਵਿਆਖਿਆ ਕਰਕੇ ਸਮਝਾਇਆ ਹੈ ਕਿ ਅਸਲ ਦੇ ਵਿੱਚ ਆਨੰਦ ਹੈ ਕੀ। ਆਨੰਦ ਤੋਂ ਭਾਵ ਹੈ ਖੁਸ਼ੀ, ਆਨੰਦ ਤੋਂ ਭਾਵ ਹੈ ਕਿ ਹਿਰਦੇ ਦੇ ਵਿੱਚ ਖੜਾਓ ਪੈਦਾ ਹੋਣਾ। ਮਾਲਕ ਕਹਿੰਦੇ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨੁੱਖ ਹਰ ਕੋਈ ਕਹਿ ਰਿਹਾ ਹੈ ਆਨੰਦ ਆਨੰਦ ਸਭ ਕੋ ਕਹੈ, ਹਰ ਕੋਈ ਕਹਿ ਰਿਹਾ ਕਿ ਮੇਰੇ ਮਨ ਦੇ ਅੰਦਰ, ਮੇਰੇ ਹਿਰਦੇ ਦੇ ਵਿੱਚ ਆਨੰਦ ਹੈ। ਪਰ ਗੁਰੂ ਸਾਹਿਬ ਕੀ ਕਹਿ ਰਹੇ ਨੇ? ਮਾਲਕ ਕਹਿੰਦੇ ਕਿ ਨਹੀਂ, ਆਨੰਦ ਗੁਰੂ ਤੇ ਜਾਣਿਆ। ਕਹਿਣ ਲੱਗੇ ਕਿ ਜਿਸ ਆਨੰਦ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਆਨੰਦ ਹਰ ਕੋਈ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਅਸੀਂ ਕੋਈ ਚੰਗੀ ਚੀਜ਼ ਖਾ ਲੈਂਦੇ ਹਾਂ, ਅਸੀਂ ਖਾ ਕੇ ਕਹਿੰਦੇ ਕਿ ਬੜਾ ਆਨੰਦ ਆ ਗਿਆ। ਕੋਈ ਚੰਗਾ ਪਹਿਨ ਲਿਆ, ਪਹਿਨ ਕੇ ਕਹਿੰਦੇ ਕਿ ਬੜਾ ਆਨੰਦ ਆ ਗਿਆ। ਪਰ ਗੁਰਮੁਖੋ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਮਾਲਕ ਕਹਿੰਦੇ ਕਿ ਜਿਸ ਆਨੰਦ ਦੀ ਮੈਂ ਗੱਲ ਕਰ ਰਿਹਾ ਨਾ, ਉਹ ਆਨੰਦ ਸਿਰਫ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਆਨੰਦ ਗੁਰੂ ਤੇ ਜਾਣਿਆ। ਉਸ ਆਨੰਦ ਦਾ ਰਸਤਾ ਬੜਾ ਕਠਿਨ ਹੈ। ਮਾਲਕ ਕਹਿ ਰਹੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੀਰੀ ਬਿਖਮ ਮਾਰਗ ਚੱਲਣਾ। ਉਸ ਬਿਖਮ ਮਾਰਗ ਦੇ ਉੱਤੇ ਜਿਹੜੇ ਗੁਰਮੁਖ ਚੱਲਦੇ ਨੇ, ਉਹਨਾਂ ਨੂੰ ਪਤਾ ਹੈ ਕਿ ਆਨੰਦ ਅਸਲ ਦੇ ਵਿੱਚ ਹੈ ਕੀ, ਕਿਸ ਆਨੰਦ ਨੂੰ, ਉਸ ਆਨੰਦ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਮੁਖੋ ਉਸ ਆਨੰਦ ਨੂੰ ਭਗਤ ਕਬੀਰ ਸਾਹਿਬ ਨੇ ਦੇਖਿਆ, ਉਸ ਆਨੰਦ ਨੂੰ ਬਾਬਾ ਫਰੀਦ ਜੀ ਨੇ ਦੇਖਿਆ। ਤਾਂ ਹੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਉਂ ਗੂੰਗੇ ਕੀ ਮਠਿਆਈ, ਕਿਉਂਕਿ ਉਸ ਆਨੰਦ ਨੂੰ ਦੱਸਿਆ ਨਹੀਂ ਜਾ ਸਕਦਾ। ਇੱਕ ਗੂੰਗੇ ਨੂੰ ਗੁੜ ਖਵਾ ਦਈਏ, ਉਸ ਨੂੰ ਸਵਾਦ ਪੁੱਛਿਆ ਜਾਏ ਕਿ ਗੁੜ ਦਾ ਸਵਾਦ ਕੀ ਹੈ, ਗੂੰਗਾ ਕਦੀ ਦੱਸ ਨਹੀਂ ਸਕਦਾ। ਭਗਤ ਕਬੀਰ ਸਾਹਿਬ ਕਹਿੰਦੇ, ਕਹਿਣ ਲੱਗੇ ਕਿ ਇਸੇ ਤਰ੍ਹਾਂ ਜਿਹੜਾ ਆਨੰਦ ਉਸ ਪਰਮਾਤਮਾ ਦਾ ਹੈ, ਗੁਰੂ ਦੀ ਬਾਣੀ ਦਾ ਆਨੰਦ ਹੈ, ਮਾਲਕ ਕਹਿੰਦੇ ਕਦੇ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਗੁਰਮੁਖੋ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਕਮਾਉਣ ਦਾ ਵਿਸ਼ਾ ਹੈ। ਮਾਲਕ ਤਾਂ ਹੀ ਕਹਿ ਰਹੇ ਨੇ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਸਦਾ ਹੀ ਗੁਰੂ ਤੋਂ ਆਨੰਦ ਨੂੰ ਜਾਣਿਆ ਜਾ ਸਕਦਾ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਪਰਮਾਤਮਾ ਆਪ ਕਿਰਪਾ ਕਰਦਾ ਹੈ ਤਾਂ ਫਿਰ ਉਸ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂਕਿ ਗੁਰਮੁਖੋ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰੂ ਇਤਿਹਾਸ ਨੂੰ ਪੜ੍ਹਦੇ ਸਮੇਂ ਪਤਾ ਲੱਗਦਾ ਹੈ ਕਿ ਉਸ ਆਨੰਦ ਨੂੰ ਕਿੰਨੇ ਸਿੱਖਾਂ ਨੇ ਪ੍ਰਾਪਤ ਕੀਤਾ ਹੈ। ਕਿਉਂਕਿ ਅੱਜ ਸਾਨੂੰ ਉਸ ਆਨੰਦ ਦੀ ਵਿਆਖਿਆ ਨਹੀਂ ਕਰਨੀ ਆਉਂਦੀ, ਨਾ ਹੀ ਅਸੀਂ ਸ਼ਬਦਾਂ ਦੇ ਵਿੱਚ ਵਿਆਖਿਆ ਕਰ ਸਕਦੇ ਹਾਂ। ਉਹ ਵਿਆਖਿਆ ਜਿਹੜੀ ਆਨੰਦ ਦੀ ਹੈ, ਉਹ ਕਿਸੇ ਪੁਸਤਕ ਨੂੰ ਪੜ੍ਹ ਕੇ, ਕਿਸੇ ਅੱਖਰਾਂ ਨੂੰ ਪੜ੍ਹ ਕੇ ਨਹੀਂ ਕੀਤੀ ਜਾ ਸਕਦੀ। ਮਾਲਕ ਕਹਿੰਦੇ ਕਿ ਉਹ ਅਵਸਥਾ ਹੀ ਇਸ ਤਰ੍ਹਾਂ ਦੀ ਹੈ ਕਿ ਮਨੁੱਖ ਅੰਦਰੋਂ ਅੰਦਰੀ ਚੁੱਪ ਹੋ ਜਾਂਦਾ ਹੈ। ਜਦੋਂ ਅਸੀਂ ਮਹਾਤਮਾ ਬੁੱਧ ਦੇ ਜੀਵਨ ਨੂੰ ਪੜ੍ਹਦੇ ਹਾਂ, ਗੁਰਮੁਖੋ ਵੈਸੇ ਇੱਕ ਗੱਲ ਪ੍ਰਚਲਿਤ ਹੈ ਕਿ ਬੁੱਧ ਧਰਮ ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ, ਪਰ ਜਦੋਂ ਕਦੇ ਬੁੱਧ ਨੂੰ ਪੁੱਛਿਆ ਜਾਂਦਾ ਸੀ ਪਰਮਾਤਮਾ ਦੇ ਬਾਰੇ, ਉਸ ਆਨੰਦ ਦੇ ਬਾਰੇ, ਤਾਂ ਬੁੱਧ ਇੱਕਦਮ ਚੁੱਪ ਹੋ ਜਾਂਦੇ ਸੀ। ਕਿਉਂਕਿ ਉਸ ਨੂੰ ਦੱਸਿਆ ਨਹੀਂ ਜਾ ਸਕਦਾ, ਉਸ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਉਹ ਜਿਸ ਮਨੁੱਖ ਨੇ ਪ੍ਰਾਪਤ ਕੀਤਾ ਹੈ,
ਉਹੀ ਮਨੁੱਖ ਜਾਣ ਸਕਦਾ ਕਿ ਅਸਲ 'ਚ ਆਨੰਦ ਹੈ ਕੀ। ਕਿਉਂਕਿ ਉਹ ਆਨੰਦ ਮਾਲਕ ਅੱਗੇ ਕੀ ਕਹਿ ਰਹੇ ਨੇ, ਕਰ ਕਿਰਪਾ ਕਿਲ ਵਿਹ ਕਟੇ ਗਿਆਨ ਅੰਜਨ ਸਾਰਿਆ। ਕਿਲ ਵਿਖ ਤੋਂ ਭਾਵ ਹੈ ਜਿਹੜੇ ਸਾਡੇ ਮਨਾਂ ਦੇ ਅੰਦਰ ਇਹ ਵਿਕਾਰ, ਇਹ ਜਿਹੜੀ ਮੈਲ ਜੰਮੀ ਹੋਈ ਹੈ। ਕਰ ਕਿਰਪਾ ਕਿਲ ਵਿਹ ਕਟੇ, ਜਦੋਂ ਪਰਮਾਤਮਾ ਆਪ ਕਿਰਪਾ ਕਰਦਾ ਹੈ। ਕਿਉਂਕਿ ਹਰ ਇੱਕ ਦੇ ਮਨ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਲੱਗੀ ਹੋਈ ਹੈ। ਉਸ ਮੈਲ ਨੂੰ ਛੱਡ ਕੇ ਜਦੋਂ ਉਹ ਮੈਲ ਉਤਰੇਗੀ ਸਾਡੇ ਮਨ ਦੇ ਉੱਤੋਂ, ਕਰ ਕਿਰਪਾ ਕਿਲ ਵਿਹ ਕਟੇ ਗਿਆਨ ਅੰਜਨ ਸਾਰਿਆ। ਗਿਆਨ ਅੰਜਨ, ਫਿਰ ਗੁਰੂ ਜਿਹੜਾ ਸਾਡੇ ਹਿਰਦੇ ਦੇ ਅੰਦਰ ਇੱਕ ਗਿਆਨ ਰੂਪੀ ਸੁਰਮਾ ਪਾ ਦਿੰਦਾ ਹੈ। ਮੱਲ ਕਹਿੰਦੇ ਕਿ ਗਿਆਨ ਅੰਜਨ ਸਾਰਿਆ। ਉਹ ਗਿਆਨ ਕਿਹੜਾ ਗਿਆਨ ਹੈ? ਮੱਲ ਕਹਿੰਦੇ ਉਹ ਹੈ ਪਰਮਾਤਮਾ ਦਾ ਨਿਰੋਲ ਗਿਆਨ। ਕਿਉਂਕਿ ਗਿਆਨ ਦੇ ਵਿੱਚ ਫਰਕ ਹੈ, ਦੁਨਿਆਵੀ ਗਿਆਨ ਦੇ ਅਧਿਆਤਮਿਕ ਗਿਆਨ ਦੇ ਵਿੱਚ ਬਹੁਤ ਫਰਕ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਸਮੇਂ ਉਦਾਸੀਆਂ ਦੇ ਉੱਤੇ ਜਾਂਦੇ ਨੇ, ਸੰਸਾਰ ਨੂੰ ਤਾਰਨ ਦੇ ਉੱਤੇ ਜਾਂਦੇ ਨੇ, ਭਾਈ ਮਰਦਾਨਾ ਜੀ ਨਾਲ ਨੇ। ਰਸਤੇ ਦੇ ਵਿੱਚ ਜਦੋਂ ਜਾ ਕੇ ਸਤ ਸੰਗਤ ਕਰਦੇ ਨੇ, ਇੱਕ ਬੜਾ ਲਾਚਾਰ ਆਦਮੀ, ਬੇਵਸ ਆਦਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਡਿੱਗਦਾ ਹੈ। ਆ ਕੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ ਜਾਵੇ। ਮੈਂ ਆਪਣੇ ਜੀਵਨ ਤੋਂ ਬੜਾ ਬੇਵਸ ਹਾਂ, ਮੇਰੇ ਅੰਦਰ ਬੜੇ ਵਿਕਾਰ ਨੇ, ਮੈਂ ਸਾਰਾ ਦਿਨ ਹੀ ਪਲ ਪਲ ਔਗੁਣਾਂ ਦੇ ਨਾਲ ਭਰਿਆ ਹੋਇਆ, ਔਗੁਣ ਕਮਾਈ ਜਾਂਦਾ ਹੈ। ਕਿਰਪਾ ਕਰੋ ਮੇਰੇ ਲਾਚਾਰ ਆਦਮੀ ਦੇ ਉੱਤੇ ਨਾਮ ਦੀ ਬਖਸ਼ਿਸ਼ ਕੀਤੀ ਜਾਵੇ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਗਿਆਨ ਤੈਨੂੰ ਅਜੇ ਨਹੀਂ ਬਖਸ਼ਣਾ, ਸ਼ਬਦ ਤੈਨੂੰ ਅਜੇ ਬਖਸ਼ਣਾ ਨਹੀਂ, ਕਿਉਂਕਿ ਸ਼ਬਦ ਕਮਾਉਣ ਦਾ ਵਿਸ਼ਾ ਹੈ। ਅਜੇ ਤੈਨੂੰ ਸਿਰਫ ਅਸੀਂ ਬਚਨ ਦੇਣੇ ਨੇ। ਗੁਰਮੁਖੋ, ਸ਼ਬਦ ਤੇ ਬਚਨ ਦੇ ਵਿੱਚ ਫਰਕ ਹੈ। ਸ਼ਬਦ ਹਮੇਸ਼ਾ ਕਮਾਇਆ ਜਾਂਦਾ ਹੈ ਤੇ ਬਚਨ ਮੰਨਿਆ ਜਾਂਦਾ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਤੈਨੂੰ ਅਸੀਂ ਸ਼ਬਦ ਨਹੀਂ ਅਜੇ ਬਖਸ਼ਣਾ, ਕਿਉਂਕਿ ਤੇਰੇ ਅੰਦਰ ਉਹ ਸਮਰੱਥਾ ਨਹੀਂ ਕਿ ਤੂੰ ਸ਼ਬਦ ਨੂੰ ਕਮਾ ਸਕੇ, ਤੂੰ ਸ਼ਬਦ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਨੂੰ ਢਾਲ ਸਕੇ। ਇਸੇ ਕਰਕੇ ਤੈਨੂੰ ਅਸੀਂ ਬਚਨ ਦੇ ਰਹੇ ਹਾਂ, ਤੂੰ ਅਜੇ ਮੇਰੇ ਦੱਸੇ ਹੋਏ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 3 ਬਚਨ ਦਿੱਤੇ। ਕਹਿਣ ਲੱਗੇ ਕਿ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਚੋਰੀ ਨਹੀਂ ਕਰਨੀ। ਦੂਸਰਾ ਬਚਨ ਦਿੱਤਾ ਕਿ ਕਦੀ ਝੂਠ ਨਹੀਂ ਬੋਲਣਾ। ਤੇ ਤੀਸਰਾ ਬਚਨ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਕਦੇ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਤਾਂ ਉਸ ਲਾਚਾਰ ਆਦਮੀ ਜੀਵ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ। ਪਰ ਗੁਰਮੁਖੋ, ਅਸੀਂ ਆਪਣੇ ਜੀਵਨ ਦੇ ਵਿੱਚ ਵੀ ਜਦ ਦੇਖਦੇ ਹਾਂ, ਕੁਝ ਪਲ ਦੇ ਵਾਸਤੇ ਸੰਗਤ ਜ਼ਰੂਰ ਕਰਦੇ ਹਾਂ, ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਗੁਰੂ ਦੇ ਗਿਆਨ ਨੂੰ ਸੁਣਦੇ ਹਾਂ, ਪਰ ਜਿਉਂ ਅਸੀਂ ਸੰਗਤ ਤੋਂ ਦੂਰ ਹੁੰਦੇ ਹਾਂ, ਮਨ ਸਾਡਾ ਫਿਰ ਉਸੇ ਦੁਨਿਆਵੀ ਕੰਮਾਂ ਦੇ ਵਿੱਚ ਫਸ ਜਾਂਦਾ ਹੈ, ਮਾਇਆਧਾਰੀ ਮਨ ਹੋ ਜਾਂਦਾ ਹੈ। ਉਸ ਮਨੁੱਖ ਨੇ ਵੀ ਗੁਰੂ ਦੇ ਬਚਨਾਂ ਨੂੰ ਮੰਨਿਆ। ਜਿੰਨਾ ਚਿਰ ਗੁਰੂ ਦੇ ਕੋਲ ਰਹੇ, ਗੁਰੂ ਦਾ ਪ੍ਰਭਾਵ ਰਿਹਾ। ਜਦੋਂ ਗੁਰੂ ਦੂਰ ਹੋ ਗਿਆ ਤਾਂ ਗੁਰਮੁਖੋ ਮਨ ਫਿਰ ਉਸ ਆਦਮੀ ਦਾ ਕਿਤੇ ਨਾ ਕਿਤੇ ਡੋਲ ਗਿਆ। ਪਰ ਮਨ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਦਿੱਤੇ ਸੀ, ਮਨ ਦੇ ਵਿੱਚ ਪਰਪੱਕਤਾ ਹੈ ਬਚਨਾਂ ਦੀ। ਚੋਰੀ ਕਰਨ ਦੇ ਵਾਸਤੇ ਰਾਜੇ ਦੇ ਮਹਿਲ ਦੇ ਵੱਲ ਚੱਲ ਪਿਆ। ਜਾ ਕੇ ਗੁਰੂ ਨੇ ਕਿਹਾ ਸੀ ਕਿ ਕਦੀ ਝੂਠ ਨਹੀਂ ਬੋਲਣਾ। ਮਹਿਲ ਦੇ ਵੱਲ ਨੂੰ ਚੱਲ ਪਿਆ। ਰਾਜੇ ਦੇ ਦਰਬਾਰ ਦੇ ਅੰਦਰ ਜਿਹੜੇ ਨੌਕਰ ਚਾਕਰ ਖੜੇ ਨੇ, ਜਦੋਂ ਪੁੱਛਿਆ ਕਿ ਅੰਦਰ ਕਿਸ ਵਾਸਤੇ ਜਾਣਾ ਹੈ, ਕਿਸ ਨੂੰ ਜਾ ਕੇ ਮਿਲਣਾ ਹੈ, ਪਿੱਛੇ ਗੁਰੂ ਦੇ ਬਚਨ ਕੰਮ ਕਰ ਰਹੇ ਸੀ। ਗੁਰੂ ਨੇ ਕਿਹਾ ਸੀ ਕਿ ਝੂਠ ਨਹੀਂ ਜ਼ਿੰਦਗੀ ਦੇ ਵਿੱਚ ਬੋਲਣਾ। ਤਾਂ ਉਸ ਮਨੁੱਖ ਨੇ ਉਸੇ ਤਰ੍ਹਾਂ ਹੀ ਉਸ ਨੌਕਰ ਚਾਕਰ ਨੂੰ ਕਹਿ ਦਿੱਤਾ ਕਿ ਮੈਂ ਚੋਰੀ ਕਰਨ ਦੇ ਵਾਸਤੇ ਚੱਲਿਆ। ਨੌਕਰ ਬੜਾ ਹੈਰਾਨ ਹੋਇਆ ਕਿ ਪਹਿਲਾ ਆਦਮੀ ਦੇਖਿਆ ਕਿ ਮੈਨੂੰ ਸੱਚ ਦੱਸ ਰਿਹਾ ਕਿ ਮੈਂ ਚੋਰੀ ਕਰਨ ਦੇ ਵਾਸਤੇ ਚੱਲਿਆ, ਪਰ ਸੱਚ ਨਹੀਂ ਮੰਨਿਆ, ਕਿਉਂਕਿ ਕਦੇ ਇਸ ਤਰ੍ਹਾਂ ਦੇ ਆਦਮੀ ਦੇ ਨਾਲ ਮਿਲਾਪ ਨਹੀਂ ਸੀ ਹੋਇਆ।
ਸੋਚਿਆ ਕਿ ਮੈਨੂੰ ਝੂਠ ਬੋਲ ਰਿਹਾ ਹੈ, ਤਾਂ ਉਸ ਨੌਕਰ ਨੇ ਦਰਵਾਜ਼ੇ ਦਰਬਾਰ ਦੇ ਖੋਲ੍ਹ ਦਿੱਤੇ ਤੇ ਮਹਿਲ ਦੇ ਵੱਲ ਨੂੰ ਚੱਲ ਪਿਆ। ਚੱਲ ਕੇ ਉਸਨੇ ਜਾ ਕੇ ਜਿੱਥੇ ਰਾਜੇ ਦਾ ਖਜ਼ਾਨਾ ਪਿਆ ਸੀ, ਜਾ ਕੇ ਖਜ਼ਾਨੇ ਨੂੰ ਚੋਰੀ ਕੀਤਾ, ਕਿਉਂਕਿ ਬਚਨਾਂ ਤੋਂ ਡੋਲ ਗਿਆ ਸੀ। ਗੁਰੂ ਨੇ ਕਿਹਾ ਸੀ ਕਿ ਚੋਰੀ ਨਹੀਂ ਕਰਨੀ, ਪਰ ਫਿਰ ਵੀ ਰਾਜੇ ਦੇ ਧਨ ਪਦਾਰਥ ਨੂੰ ਚੋਰੀ ਕਰ ਲਿਆ। ਚੋਰੀ ਕਰਦਾ ਜਦੋਂ ਆ ਕੇ ਧਨ ਪਦਾਰਥਾਂ ਨੂੰ ਬਾਹਰ ਲਿਆਉਂਦਾ ਤੇ ਮਨ ਦੇ ਅੰਦਰ ਭੁੱਖ ਬੜੀ ਲੱਗਦੀ ਹੈ। ਆਉਂਦੇ ਆਉਂਦੇ ਜਦੋਂ ਦੇਖਿਆ ਕਿ ਇੱਕ ਬਰਤਨ ਦੇ ਵਿੱਚ ਕੋਈ ਚਿੱਟੀ ਵਸਤੂ ਪਈ ਹੈ, ਜਦੋਂ ਉਸਨੇ ਭੁੱਖ ਮਿਟਾਉਣ ਦੇ ਵਾਸਤੇ ਉਸ ਨੂੰ ਪ੍ਰਾਪਤ ਕੀਤਾ ਹੈ, ਦੇਖਿਆ ਕਿ ਇਹ ਤਾਂ ਲੂਣ ਹੈ। ਉਸੇ ਤਰ੍ਹਾਂ ਉਸੇ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਬਚਨਾਂ ਨੂੰ ਯਾਦ ਕੀਤਾ ਹੈ ਕਿ ਗੁਰੂ ਨੇ ਕਿਹਾ ਸੀ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਜੇਕਰ ਮੈਂ ਰਾਜੇ ਦੇ ਦਰਬਾਰ ਦੇ ਵਿੱਚੋਂ ਚੋਰੀ ਕਰਕੇ ਚੱਲਿਆ, ਮੈਂ ਲੂਣ ਹਰਾਮ ਕਰ ਰਿਹਾ। ਕਹਿਣ ਲੱਗੇ ਕਿ ਧਨ ਪਦਾਰਥ ਸਾਰਾ ਹੀ ਉੱਥੇ ਛੱਡ ਕੇ ਉਹ ਆਦਮੀ ਆ ਗਿਆ। ਕੁਝ ਕੁ ਧਨ ਪਦਾਰਥ ਆਪਣੇ ਨਾਲ ਲਿਆਂਦਾ। ਜਦ ਸਵੇਰ ਹੋਈ, ਰਾਜੇ ਦੇ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ ਕਿ ਰਾਤ ਕੋਈ ਆਦਮੀ ਆਇਆ ਸੀ, ਚੋਰੀ ਕਰਕੇ ਲੈ ਗਿਆ। ਗੁਰਮੁਖੋ ਜਦੋਂ ਢੰਡੋਰਾ ਪਿਟਵਾਇਆ ਗਿਆ, ਜਦੋਂ ਪਤਾ ਲੱਗਿਆ, ਆ ਕੇ ਰਾਜੇ ਦੇ ਸਾਹਮਣੇ ਪੇਸ਼ ਹੋਇਆ। ਗੁਰੂ ਨੇ ਕਿਹਾ ਸੀ ਕਿ ਝੂਠ ਨਹੀਂ ਬੋਲਣਾ। ਆ ਕੇ ਰਾਜੇ ਨੂੰ ਸੱਚ ਦੱਸ ਦਿੱਤਾ ਕਿ ਮੈਂ ਚੋਰੀ ਕੀਤੀ ਹੈ। ਰਾਜਾ ਬੜਾ ਹੈਰਾਨ ਹੋਇਆ ਕਿ ਪਹਿਲਾ ਆਦਮੀ ਦੇਖਿਆ ਕਿ ਜਿਹੜਾ ਕਹਿ ਰਿਹਾ ਕਿ ਮੈਂ ਚੋਰੀ ਕੀਤੀ ਹੈ। ਜਦੋਂ ਰਾਜੇ ਨੇ ਕਾਰਨ ਪੁੱਛਿਆ ਕਿ ਤੂੰ ਮੈਨੂੰ ਆ ਕੇ ਸੱਚ ਕਿਉਂ ਦੱਸਿਆ, ਤਾਂ ਆਦਮੀ ਕਹਿਣ ਲੱਗਿਆ ਕਿ ਮੈਨੂੰ ਗੁਰੂ ਨੇ 3 ਬਚਨ ਦਿੱਤੇ ਸੀ ਕਿ ਕਦੀ ਜ਼ਿੰਦਗੀ ਦੇ ਅੰਦਰ ਝੂਠ ਨਹੀਂ ਬੋਲਣਾ, ਕਦੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਕਦੀ ਚੋਰੀ ਨਹੀਂ ਕਰਨੀ। ਰਾਜਾ ਬੜਾ ਗੁਰਮੁਖੋ ਹੈਰਾਨ ਹੋਇਆ, ਕਹਿਣ ਲੱਗੇ ਕਿ ਮੈਂ ਵੀ ਐਸੇ ਗੁਰੂ ਨੂੰ ਮਿਲਣਾ ਹੈ। ਅੰਦਰ ਤਾਂਘ ਪੈਦਾ ਹੋਈ, ਜਿਸ ਨੂੰ ਗੁਰਮੁਖੋ ਅਸੀਂ ਇਤਿਹਾਸ ਦੇ ਅੰਦਰ ਭੂਮੀਆਂ ਚੋਰ ਕਹਿ ਕੇ ਜਾਣਦੇ ਹਾਂ। ਅੱਜ ਵੀ ਅਸੀਂ ਭੂਮੀਆਂ ਚੋਰ ਕਹਿ ਕੇ ਜਾਣਦੇ ਹਾਂ, ਪਰ ਗੁਰਮੁਖੋ ਗੁਰੂ ਦੇ ਬਚਨਾਂ ਦੀ ਤਾਕਤ ਕੈਸੀ ਹੈ। ਕਿਉਂਕਿ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਤੋਂ ਦਰਸ਼ਨ ਕਰ ਲੈਂਦੇ ਹਾਂ, ਕਦੀ ਗੁਰੂ ਦੇ ਬਚਨ ਸਾਡਾ ਸਾਥ ਨਹੀਂ ਛੱਡਦੇ, ਬਲਕਿ ਅਸੀਂ ਸਾਥ ਛੱਡ ਜਾਂਦੇ ਹਾਂ, ਪਰ ਗੁਰੂ ਦੇ ਬਚਨਾਂ ਨੇ ਸਾਥ ਨਹੀਂ ਛੱਡਿਆ। ਅੰਦਰ ਚੋਰੀ ਵੀ ਕੀਤੀ, ਪਰ ਬਚਨ ਜਾ ਸੀ ਕਿ ਚੋਰੀ ਕਰਨੀ ਨਹੀਂ, ਝੂਠ ਬੋਲਣਾ ਨਹੀਂ। ਤਾਂ ਹੀ ਗੁਰਮੁਖੋ ਮਾਲਕ ਕਹਿ ਰਹੇ ਨੇ ਕਿ ਬਾਣੀ ਕਦੀ ਸਾਥ ਨਹੀਂ ਛੱਡਦੀ। ਜਦੋਂ ਮਨੁੱਖ ਮਨ ਦੇ ਪਿੱਛੇ ਲੱਗ ਗਿਆ, ਮਨਮੁਖ ਬਿਰਤੀ ਦੇ ਕਰਕੇ ਹੋ ਜਾਂਦਾ ਹੈ, ਤਾਂ ਫਿਰ ਗੁਰਮੁਖੋ ਸਾਡੇ ਹਾਲਾਤ ਕੀ ਹੋ ਜਾਂਦੇ ਨੇ। ਤਾਂ ਹੀ ਸਾਨੂੰ ਉਹ ਜਿਹੜੀ ਮਾਲਕ ਕਹਿ ਰਹੇ ਨੇ ਕਿ ਅਵਸਥਾ ਆਨੰਦ ਦੀ ਅਵਸਥਾ ਹੈ। ਮਾਲਕ ਕਹਿ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਆਨੰਦ ਪ੍ਰਾਪਤ ਹੁੰਦਾ ਹੈ, ਕੋਈ ਚੰਗੀ ਵਸਤੂ ਖਾ ਲਈਏ ਸਾਨੂੰ ਆਨੰਦ ਆ ਜਾਂਦਾ ਹੈ, ਕੋਈ ਚੰਗਾ ਪਹਿਨ ਲਈਏ ਸਾਨੂੰ ਆਨੰਦ ਆ ਜਾਂਦਾ ਹੈ। ਪਰ ਮਾਲਕ ਕਹਿੰਦੇ ਨਹੀਂ, ਜਿੰਨਾ ਚਿਰ ਤੂੰ ਗੁਰੂ ਦੇ ਨਾਲ ਨਹੀਂ ਇਕਮਿਕ ਹੁੰਦਾ, ਗੁਰੂ ਦੀ ਦੱਸੀ ਕਾਰ ਨੂੰ ਨਹੀਂ ਕਮਾਉਂਦਾ, ਤੈਨੂੰ ਕਦੇ ਉਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੜ੍ਹਦੇ ਹਾਂ, ਜਦੋਂ ਬਾਣੀ ਦਾ ਵਿਸ਼ਲੇਸ਼ਣ ਕਰਦੇ ਹਾਂ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਉਹ ਅਵਸਥਾ ਪ੍ਰਾਪਤ ਹੋ ਸਕਦੀ ਹੈ। ਸਾਨੂੰ ਵੀ ਉਹ ਅਵਸਥਾ ਪ੍ਰਾਪਤ ਹੋ ਸਕਦੀ ਹੈ ਜਿਹੜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਹੋਈ ਸੀ। ਉਹਦੇ ਵਾਸਤੇ ਹਿਰਦੇ ਦੇ ਅੰਦਰ ਪ੍ਰੇਮ ਤੇ ਪ੍ਰਤੀਤ ਦਾ ਹੋਣਾ ਬਹੁਤ ਜ਼ਰੂਰੀ ਹੈ। ਫਰਕ ਹੈ, ਪ੍ਰੇਮ ਤੇ ਪ੍ਰੀਤ ਦੇ ਵਿੱਚ ਫਰਕ ਹੈ। ਗੁਰੂ ਦੇ ਕੋਲ ਅਸੀਂ ਹਰ ਰੋਜ਼ ਆਉਂਦੇ ਹਾਂ, ਆ ਕੇ ਨਤਮਸਤਕ ਹੁੰਦੇ ਹਾਂ, ਕਿਉਂਕਿ ਗੁਰੂ ਦੇ ਨਾਲ ਸਾਡਾ ਪ੍ਰੇਮ ਹੈ, ਗੁਰੂ ਦੇ ਨਾਲ ਸਾਡਾ ਪਿਆਰ ਹੈ, ਤਾਂ ਹੀ ਗੁਰੂ ਦੇ ਕੋਲੇ ਆ ਕੇ ਬਹਿੰਦੇ ਹਾਂ। ਪਰ ਗੁਰਮੁਖੋ ਗੁਰੂ ਦੀ ਪ੍ਰਤੀਤ ਨਹੀਂ ਸਾਡੇ ਅੰਦਰ। ਜਿਤਨਾ ਚਿਰ ਪ੍ਰੀਤ ਪ੍ਰਤੀਤ ਨਹੀਂ, ਉਤਨਾ ਚਿਰ ਗੁਰਮੁਖੋ ਪ੍ਰੀਤ ਵੀ ਗੁਰੂ ਨੂੰ ਪ੍ਰਵਾਨ ਨਹੀਂ। ਪ੍ਰਤੀਤ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਪੋਥੀ ਪੁਰਾਣ ਕਮਾਈਐ, ਭਾਉ ਵੱਟੀ ਇਤ ਤਨ ਪਾਈਐ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪੋਥੀ ਪੁਰਾਣ ਕਮਾਈ ਹੈ। ਧਰਮ ਗ੍ਰੰਥਾਂ ਦੇ ਅੰਦਰ ਜੋ ਲਿਖਿਆ ਹੈ, ਹਰ ਇੱਕ ਧਰਮ ਗ੍ਰੰਥ
ਆਪੋ ਆਪਣੀ ਵੱਖਰੀ ਫਿਲਾਸਫੀ ਪੇਸ਼ ਕਰਦਾ ਹੈ। ਹਿੰਦੂਇਜ਼ਮ ਦੀ ਵੱਖਰੀ ਫਿਲਾਸਫੀ ਹੈ, ਬੁੱਧ ਧਰਮ ਆਪਣੀ ਵੱਖਰੀ ਫਿਲਾਸਫੀ ਪੇਸ਼ ਕਰਦਾ ਹੈ। ਪਰ ਗੁਰਮੁਖੋ, ਜਦੋਂ ਅਸੀਂ ਅੰਤ ਦੇ ਵਿੱਚ ਦੇਖਦੇ ਹਾਂ, ਹਰ ਕੋਈ ਇਹੀ ਕਹਿ ਰਿਹਾ ਕਿ ਇੱਕ ਪਰਮਾਤਮਾ ਦੀ ਮੰਜ਼ਿਲ ਨੂੰ ਪਾਉਣਾ ਹੈ, ਇੱਕ ਪਰਮਾਤਮਾ ਦੇ ਤੱਕ ਪਹੁੰਚਣਾ ਹੈ। ਵਿਚਾਰ ਵੱਖੋ ਵੱਖਰੇ ਹੋ ਸਕਦੇ ਨੇ, ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਪੋਥੀ ਪੁਰਾਣ ਕਮਾਈ ਹੈ, ਕਿ ਜੋ ਧਰਮ ਗ੍ਰੰਥਾਂ ਦੇ ਅੰਦਰ ਲਿਖਿਆ ਹੈ, ਜੋ ਸਿੱਖਿਆਵਾਂ ਸਾਨੂੰ ਧਰਮ ਗ੍ਰੰਥ ਦੇ ਰਹੇ ਨੇ, ਅਸੀਂ ਉਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਈਏ। ਭਾਉ ਵੱਟੀ ਇਤ ਤਨ ਪਾਈ ਹੈ। ਮਾਲਕ ਕਹਿੰਦੇ ਕਿ ਜਿਹੜੀ ਤੇਰੀ ਭਾਉ ਦੀ ਵੱਟੀ ਹੈ, ਭਾਵ ਕਿ ਜਿਹੜਾ ਡਰ ਹੈ, ਪਰਮਾਤਮਾ ਦਾ ਜਿਹੜਾ ਡਰ ਹੈ, ਭਾਉ ਵੱਟੀ ਇਤ ਤਨ ਪਾਈ ਹੈ, ਕਿ ਤੂੰ ਆਪਣੇ ਹਿਰਦੇ ਨੂੰ, ਆਪਣੇ ਸਰੀਰ ਨੂੰ ਇੱਕ ਦੀਵਾ ਬਣਾ। ਭਾਉ ਵੱਟੀ ਇਤ ਤਨ ਪਾਈ ਹੈ, ਉਸ ਦੀਵੇ ਦੇ ਅੰਦਰ ਪਰਮਾਤਮਾ ਦੇ ਡਰ ਦੀ ਵੱਟੀ ਬਣਾ ਕੇ ਉਹਦੇ ਵਿੱਚ ਰੱਖ। ਸੱਚ ਬੁੱਝਣ ਆਣ ਜਲਾਈਐ। ਮਾਲਕ ਕਹਿੰਦੇ ਕਿ ਫਿਰ ਜਗਾਉਣਾ ਕਿਸ ਤਰ੍ਹਾਂ? ਸੱਚ ਬੁੱਝਣ ਆਣ ਜਲਾਈਐ। ਉਸ ਨੂੰ ਸੱਚ ਦੇ ਨਾਲ, ਸੱਚ ਰੂਪੀ ਬੱਤੀ ਨੂੰ ਆਪਣੇ ਹਿਰਦੇ ਦੇ ਵਿੱਚ ਜਗਾਉਣਾ ਹੈ, ਭਾਵ ਕਿ ਪਰਮਾਤਮਾ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਉਣਾ ਹੈ। ਪਰ ਉਸ ਗਿਆਨ ਨੂੰ ਟਿਕਾਉਣ ਦੇ ਵਾਸਤੇ ਗੁਰਮੁਖੋ ਭਾਂਡੇ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਲਕ ਦਾ ਗਿਆਨ ਅਸੀਂ ਲੈ ਰਹੇ ਹਾਂ, ਨਿਤਾ ਪ੍ਰਤੀ ਗੁਰੂ ਦੇ ਸਨਮੁਖ ਹੁੰਦੇ ਹਾਂ, ਗੁਰੂ ਦੇ ਗਿਆਨ ਨੂੰ ਲੈ ਰਹੇ ਹਾਂ, ਪਰ ਗੁਰਮੁਖੋ ਜੀਵਨ ਦੇ ਅੰਦਰ ਬਦਲਾਵ ਕਿਉਂ ਨਹੀਂ? ਕਿਉਂ ਗਿਆਨ ਟਿਕ ਰਿਹਾ ਨਹੀਂ? ਮਾਲਕ ਤਾਂ ਹੀ ਕਹਿ ਰਹੇ ਨੇ ਕਿ ਉਂਦੇ ਭਾਂਡੇ ਕਛ ਨਾ ਸਮਾਵੈ, ਕਿ ਜੇਕਰ ਹਿਰਦੇ ਰੂਪੀ ਭਾਂਡਾ ਹੀ ਤੇਰਾ ਪੁੱਠਾ ਹੋਇਆ, ਗੁਰੂ ਦਾ ਗਿਆਨ ਚਾਹੇ ਤੂੰ ਕਿੰਨਾ ਮਰਜ਼ੀ ਲਈ ਜਾ, ਪਰ ਤੇਰੇ ਹਿਰਦੇ ਦੇ ਵਿੱਚ ਟਿਕ ਨਹੀਂ ਸਕਦਾ। ਕਿਉਂਕਿ ਗਿਆਨ ਨੂੰ ਪ੍ਰਾਪਤ ਕਰਨ ਦੇ ਸਾਧਨ ਹੀ ਇਤਨੇ ਹੋ ਗਏ, ਸਾਨੂੰ ਆਪਣੇ ਆਪ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿਤਨੇ ਕੁ ਸਾਧਨਾਂ ਤੋਂ ਗਿਆਨ ਨੂੰ ਪ੍ਰਾਪਤ ਕਰ ਰਹੇ ਹਾਂ, ਪਰ ਗਿਆਨ ਹਿਰਦੇ ਦੇ ਵਿੱਚ ਨਹੀਂ ਟਿਕ ਰਿਹਾ। ਜਿਤਨੇ ਗਿਆਨ ਦੇ ਸਾਧਨ ਅੱਜ ਹੋ ਰਹੇ ਨੇ ਗੁਰਮੁਖੋ, ਉਤਨਾ ਗਿਆਨ ਤੋਂ ਅੱਜ ਮਨੁੱਖ ਦੂਰ ਹੁੰਦਾ ਜਾ ਰਿਹਾ ਹੈ, ਕਿਉਂਕਿ ਸਾਧਨ ਹੀ ਇਤਨੇ ਹੋ ਗਏ। ਮਾਲਕ ਕਹਿੰਦੇ ਕਿ ਤੂੰ ਚਾਹੇ ਇੱਕ ਅੱਖਰ ਹੀ ਪਰਮਾਤਮਾ ਦੇ ਨਾਮ ਦਾ ਹਿਰਦੇ ਦੇ ਵਿੱਚ ਟਿਕਾ ਲਾ, ਜੇਕਰ ਤੂੰ ਉਸ ਅਵਸਥਾ ਦੇ ਆਨੰਦ ਨੂੰ ਮਾਣਨਾ ਹੈ। ਭੱਟ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਅੰਦਰ ਚਾਰੇ ਦਿਸ਼ਾਵਾਂ ਦੇ ਵਿੱਚ ਗਏ, ਬੜੇ ਭੁੱਲੇ ਭਟਕੇ ਹੋਏ ਸੀ, ਮਨ ਦੇ ਅੰਦਰ ਅਸ਼ਾਂਤੀ ਸੀ, ਬੜੇ ਗੁਰੂ ਧਾਰਨ ਕੀਤੇ ਕਿ ਸ਼ਾਇਦ ਕੋਈ ਦੁਨੀਆ ਦੇ ਉੱਤੇ ਮੈਨੂੰ ਸੱਚਾ ਗੁਰੂ ਮਿਲ ਜਾਵੇ, ਜਿਸ ਦੇ ਆਨੰਦ ਦੇ ਦੁਆਰਾ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਲਈਏ। ਪਰ ਗੁਰਮੁਖੋ ਭੱਟਾਂ ਨੂੰ ਕਿਤੇ ਵੀ ਉਹ ਗਿਆਨ, ਕਿਤੇ ਉਹ ਆਨੰਦ ਪ੍ਰਾਪਤ ਨਹੀਂ ਹੋਇਆ। ਤਾਂ ਹੀ ਆਪਣੇ ਜਦੋਂ ਅਸੀਂ 12ਵਾਂ ਬਾਣੀ ਨੂੰ ਪੜ੍ਹਦੇ ਹਾਂ, ਸ਼ੁਰੂਆਤੀ ਦੇ ਅੰਦਰ ਹੀ ਕਿਹਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਜਦੋਂ ਪਤਾ ਲੱਗਿਆ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮਾਤਮਾ ਦੇ ਗਿਆਨ ਨੂੰ ਵਰਤਾ ਰਹੇ ਨੇ, ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਰਹੇ ਨੇ, ਗੁਰਮੁਖੋ ਆ ਕੇ ਭੱਟ ਸਾਹਿਬਾਨਾਂ ਨੇ ਆ ਕੇ ਬੇਨਤੀ ਇਹੀ ਕੀਤੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਅਸੀਂ ਆਪਣੇ ਕਰਮਾਂ ਦੇ ਕਰਕੇ ਵਿਛੜੇ ਹੋਏ ਹਾਂ, ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲਾਵੋ। ਚਾਰ ਕੁੰਟ ਦਹਿ ਦਿਸ ਭ੍ਰਮੇ, ਕਿ ਚਾਰੇ ਦਿਸ਼ਾਵਾਂ ਦੇ ਵਿੱਚ ਅਸੀਂ ਘੁੰਮਦੇ ਘੁੰਮਦੇ ਅੱਜ ਤੁਹਾਡੇ ਦਰ ਦੇ ਉੱਤੇ ਆਏ ਹਾਂ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ, ਤਾਂ ਹੀ ਅਸੀਂ ਹੇ ਪ੍ਰਭੂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਭੱਟਾਂ ਦੇ ਆਪਣੇ ਸਵਾਈਆਂ ਦੇ ਅੰਦਰ ਗੁਰੂ ਸਾਹਿਬਾਨਾਂ ਨੂੰ ਪਰਮਾਤਮਾ ਦਾ ਰੂਪ ਹੀ ਦੱਸਿਆ। ਤਾਂ ਹੀ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬਾਨਾਂ ਦੀ ਉਸਤਤ ਦੇ ਅੰਦਰ ਸਵਈਏ ਉਚਾਰਨ ਕੀਤੇ ਨੇ, ਕਿਉਂਕਿ ਆ ਕੇ ਆਨੰਦ ਪ੍ਰਾਪਤ ਹੋ ਗਿਆ ਹੈ। ਅੰਦਰ ਜਿਹੜਾ ਗੁਰਮੁਖੋਂ ਮੈਲ ਸੀ, ਕਰ ਕਿਰਪਾ ਕਿਲ ਵੇਖ ਕਟੇ ਗਿਆਨ ਅੰਜਨ ਸਾਰਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਜਦੋਂ ਤੇਰੇ ਹਿਰਦੇ ਦੇ ਵਿੱਚੋਂ
ਇਹ ਜਿਹੜੀ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ, ਜਿਹੜੇ ਮਨ ਦੇ ਅੰਦਰ ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਸੀ, ਕਹਿੰਦੇ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੋਈ, ਕਰ ਕਿਰਪਾ ਕਿਲਵੇ ਕਟੇ, ਪਰਮਾਤਮਾ ਨੇ ਆਪ ਕਿਰਪਾ ਕਰਕੇ ਤੇਰੇ ਹਿਰਦੇ ਦੇ ਅੰਦਰੋਂ ਉਸ ਮੈਲ ਨੂੰ ਦੂਰ ਕਰ ਦਿੱਤਾ ਹੈ। ਗੁਰਮੁਖੋ ਤਾਂ ਹੀ ਮਾਲਕ ਕਹਿੰਦੇ ਕਿ ਤੂੰ ਗੁਰੂ ਦੇ ਬਚਨਾਂ ਨੂੰ ਕਦੀ ਜ਼ਿੰਦਗੀ ਦੇ ਵਿੱਚੋਂ ਛੱਡ ਨਾ, ਹਮੇਸ਼ਾ ਪਲ ਪਲ ਗੁਰੂ ਦੇ ਬਚਨਾਂ ਨੂੰ ਯਾਦ ਰੱਖ। ਗੁਰੂ ਅਰਦਾਸ ਸੁਣਦਾ ਜ਼ਰੂਰ ਹੈ, ਕਿਉਂਕਿ ਅਸੀਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਕਾਰ ਕਮਾਏ ਹੋਏ ਨੇ। ਵਡਭਾਗੇ ਹਾਂ ਕਿ ਜੋ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਕਦੇ ਆਪਣੇ ਹਿਰਦੇ ਦੇ ਅੰਦਰ ਇਹ ਖੋਜ ਕਰਕੇ ਦੇਖਿਆ ਕਰੀਏ, ਮਾਲਕ ਨੇ ਸਾਨੂੰ ਕਿੱਡੀ ਵੱਡੀ ਉਪਾਧੀ ਦਿੱਤੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿ ਸਾਨੂੰ ਧਰਤੀ ਦੇ ਜਿਤਨੇ ਵੀ ਧਰਤੀ ਦੇ ਉੱਤੇ ਜੀਵ ਨੇ, ਇਹ ਮਨੁੱਖਾ ਜਾਤੀ ਨੂੰ ਜਿਹੜਾ ਉੱਤਮ ਦੱਸਿਆ, ਸਰਦਾਰ ਕਿਹਾ ਹੈ। ਤਾਂ ਹੀ ਗੁਰੂ ਮਾਲਕ ਨੇ ਕਿਹਾ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਹਿਣ ਦੇ ਵਿੱਚ ਪੰਕਤੀਆਂ ਬੜੀਆਂ ਸੌਖੀਆਂ ਨੇ, ਅਰਥ ਬੜੇ ਸੌਖੇ ਨੇ, ਪਰ ਗੁਰਮੁਖੋ ਜਦੋਂ ਆਪਣੇ ਜੀਵਨ ਦੇ ਵਿੱਚ ਕਮਾਉਣਾ ਪੈਂਦਾ ਹੈ, ਫਿਰ ਮਾਲਕ ਕਹਿੰਦੇ ਕਿ ਇਹ ਕਮਾਉਂਦੇ ਕਿਹੜੇ ਨੇ? ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੀਰੀ, ਬਿਖਮ ਮਾਰਗ ਚੱਲਣਾ, ਕਿ ਜਿਹੜੇ ਇਸ ਅਧਿਆਤਮਿਕ ਪੰਗ ਦੇ ਉੱਤੇ, ਇਸ ਵਿਖਣ ਜਿਹੜਾ ਕਠਿਨ ਮਾਰਗ ਹੈ ਉਹਦੇ ਉੱਤੇ ਚੱਲਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਦੋਂ ਪਰਮਾਤਮਾ ਆਪ ਕਿਰਪਾ ਕਰਦਾ ਹੈ ਨਾ, ਤਾਂ ਸਾਡੀਆਂ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਉਹ ਗਿਆਨ ਪਾ ਦਿੰਦਾ ਹੈ। ਪਰ ਗੁਰਮੁਖੋ ਉਸ ਗਿਆਨ ਨੂੰ ਅਸੀਂ ਸਮਝੀਏ ਕਿ ਗਿਆਨ ਹੈ ਕੀ, ਕਿਉਂਕਿ ਜਿਤਨਾ ਚਿਰ ਗਿਆਨ ਦੀ ਸੋਝੀ ਨਹੀਂ, ਉਤਨੇ ਚਿਰ ਨਾ ਅਸੀਂ ਪਰਮਾਤਮਾ ਦੇ ਤੱਕ ਪਹੁੰਚ ਸਕਦੇ ਹਾਂ, ਨਾ ਸਾਨੂੰ ਉਸ ਆਨੰਦ ਦੀ, ਉਸ ਖੇਡ ਦੀ ਸਮਝ ਆ ਸਕਦੀ ਹੈ ਜਿਸ ਦੇ ਬਾਬਤ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਕਿਉਂਕਿ ਗਿਆਨ ਨੂੰ ਅਸੀਂ ਧਾਰਨ ਜ਼ਰੂਰ ਕਰਦੇ ਹਾਂ। ਜੇਕਰ ਅਸੀਂ ਅੱਗ ਲੈ ਕੇ ਅੱਗ ਦੇ ਵਿੱਚ ਲੱਕੜਾਂ ਨੂੰ ਬਾਲਣਾ ਹੋਵੇ, ਅਸੀਂ ਗੱਲਾਂ ਦੇ ਵਿੱਚ ਹੀ ਸੋਚ ਲਈਏ, ਅੱਗ ਬਾਲੇ ਲੱਕੜਾਂ ਨੂੰ ਪਾਸੇ ਰੱਖ ਦਿੱਤਾ ਹੈ ਕਿ ਲੱਕੜਾਂ ਆਪਣੇ ਆਪ ਜਲ ਜਾਣਗੀਆਂ। ਨਹੀਂ ਗੁਰਮੁਖੋ, ਲੱਕੜਾਂ ਨੂੰ ਜਲਾਉਣ ਦੇ ਵਾਸਤੇ ਅੱਗ ਦੇ ਹਵਾਲੇ ਕਰਨਾ ਹੀ ਪੈਣਾ ਹੈ। ਇਸੇ ਤਰ੍ਹਾਂ ਗੁਰਮੁਖੋ ਮਾਲਕ ਸਤਿਗੁਰੂ ਦਾ ਗਿਆਨ ਵੀ ਅੱਗ ਹੈ, ਅੱਗ ਦੇ ਸਮਾਨ ਹੈ। ਸਾਡੇ ਜਿਹੜੇ ਹਿਰਦੇ ਦੇ ਅੰਦਰ ਵਿਕਾਰ ਪਏ ਨੇ, ਇਹ ਲੱਕੜਾਂ ਦੇ ਸਮਾਨ ਨੇ। ਅਸੀਂ ਗਿਆਨ ਨੂੰ ਲੈ ਲੈਂਦੇ ਹਾਂ, ਆਪਣੇ ਹਿਰਦੇ ਦੇ ਅੰਦਰ ਉਸ ਬ੍ਰਹਮ ਦੀ, ਉਸ ਰੱਬ ਦੀ ਗਿਆਨ ਰੂਪੀ ਅੱਗ ਨੂੰ ਜਲਾ ਤਾਂ ਮਾਲਕ ਕਹਿੰਦੇ ਜ਼ਰੂਰ ਲੈਂਦੇ ਹਾਂ, ਪਰ ਜਦੋਂ ਆਪਣੇ ਵਿਕਾਰਾਂ ਨੂੰ ਸਾੜਨ ਦੀ ਵਾਰੀ ਆਉਂਦੀ ਹੈ, ਉਹ ਵਿਕਾਰ ਕਿਹੜੇ ਨੇ? ਮਾਲਕ ਕਹਿੰਦੇ ਕਿ ਲੱਕੜ ਰੂਪੀ ਵਿਕਾਰ ਨੇ ਜਿਹੜੇ। ਜਦੋਂ ਵਿਕਾਰਾਂ ਨੂੰ, ਲੱਕੜ ਰੂਪੀ ਵਿਕਾਰਾਂ ਨੂੰ ਸਾੜਨ ਦੀ ਵਾਰੀ ਆਉਂਦੀ ਹੈ, ਅਸੀਂ ਉਹਨਾਂ ਲੱਕੜਾਂ ਨੂੰ ਅੱਗ ਦੇ ਵਿੱਚ ਪਾਉਂਦੇ ਹੀ ਨਹੀਂ, ਅਸੀਂ ਪਾਸੇ ਰੱਖ ਦਿੰਦੇ ਹਾਂ। ਤਾਂ ਹੀ ਗੁਰਮੁਖੋ ਮਨ ਦੇ ਅੰਦਰ ਟਿਕਾ ਨਹੀਂ, ਜੀਵਨ ਦੇ ਅੰਦਰ ਬਦਲਾਵ ਨਹੀਂ ਆਉਂਦਾ। ਜਿਤਨਾ ਚਿਰ ਅਸੀਂ ਵਿਕਾਰਾਂ ਰੂਪੀ ਸਾਡੀ ਜਿਹੜੀ ਜਨਮਾਂ ਦੀ ਮੈਲ ਲੱਗੀ ਹੋਈ ਹੈ, ਇਹਨਾਂ ਲੱਕੜਾਂ ਨੂੰ ਅਸੀਂ ਗੁਰੂ ਦੇ ਗਿਆਨ ਰੂਪੀ ਅੱਗ ਦੇ ਵਿੱਚ ਨਹੀਂ ਪਾਉਂਦੇ, ਜੀਵਨ ਦੇ ਅੰਦਰ ਬਦਲਾਵ ਆ ਹੀ ਨਹੀਂ ਸਕਦਾ, ਜੀਵਨ ਬਦਲ ਹੀ ਨਹੀਂ ਸਕਦਾ। ਕਦੇ ਗੁਰਮੁਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਜੀਵਨ ਨੂੰ ਪੜ੍ਹਦੇ ਹਾਂ, ਦੇਖੋ ਤੁਲੰਬੇ ਦੀ ਧਰਤੀ ਦੇ ਉੱਤੇ ਜਾਂਦੇ ਨੇ, ਸੱਜਣ ਠੱਗ ਵਸਦਾ ਜਿੱਥੇ, ਅੰਦਰ ਦੇਖੋ ਕਿੰਨੇ ਜਨਮਾਂ ਦੀ ਮੈਲ ਲੱਗੀ ਹੋਈ ਹੈ। ਸਰਾਂ ਦੇ ਵਿੱਚ ਦਿਨ ਦੇ ਵਿੱਚ ਕਿਤਨੇ ਹੀ ਯਾਤਰੀ ਆਉਂਦੇ ਨੇ, ਆ ਕੇ ਰਹਿਣ ਬਸੇਰਾ ਕਰਦੇ ਨੇ। ਕਦੇ ਕਿਸੇ ਯਾਤਰੀ ਨੂੰ ਮਾਰ ਦਿੰਦੇ ਨੇ, ਕਦੇ ਕਿਸੇ ਯਾਤਰੀ ਨੂੰ ਲੁੱਟ ਲੈਂਦੇ ਨੇ। ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੁਲੰਬੇ ਦੀ ਧਰਤੀ ਦੇ ਉੱਤੇ ਜਦੋਂ ਜਾਂਦੇ ਨੇ, ਭਾਈ ਮਰਦਾਨਾ ਜੀ ਨਾਲ ਨੇ। ਗੁਰਮੁਖੋ ਸੱਜਣ ਠੱਗ ਨੇ ਵਿਚਾਰ ਬਣਾਇਆ, ਜਦੋਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲੇ ਬੈਗ ਹੈ, ਅੰਦਰ ਕਾਫੀ ਧਨ ਪਦਾਰਥ ਹੋਵੇਗਾ,
ਮਨ ਦੇ ਅੰਦਰ ਵਿਚਾਰ ਹੈ ਕਿ ਅੱਜ ਰਾਤੀ ਇਹਨਾਂ ਯਾਤਰੀਆਂ ਨੂੰ ਲੁੱਟਣਾ ਹੀ ਲੁੱਟਣਾ ਹੈ। ਲੁੱਟਣ ਦੇ ਵਾਸਤੇ ਜਦੋਂ ਸੱਜਣ ਠੱਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ, ਦੇਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਰਬਾਬ ਦੇ ਨਾਲ ਉਸ ਪਰਮਾਤਮਾ ਦੀ ਕਿਰਤੀ ਦੇ ਵਿੱਚ ਜੁੜੇ ਨੇ, ਪਰਮਾਤਮਾ ਦੀ ਕੀਰਤੀ ਕਰ ਰਹੇ ਨੇ। ਰਬਾਬ ਦੀਆਂ ਧੁਨਾਂ ਕੈਸੀਆਂ ਨੇ, ਮਾਲਕ ਸ਼ਬਦ ਉਚਾਰਨ ਕਰ ਰਹੇ ਨੇ ਸੂਹੀ ਰਾਗ ਦੇ ਅੰਦਰ। ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਜਿਵੇਂ ਜਿਵੇਂ ਸੱਜਣ ਠੱਗ ਇਹਨਾਂ ਪੰਕਤੀਆਂ ਨੂੰ ਸੁਣਦੇ ਗਏ, ਤਿਉਂ-ਤਿਉਂ ਸੱਜਣ ਠੱਗ ਦਾ ਜੀਵਨ ਬਦਲਦਾ ਗਿਆ। ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਪਏ, ਆਪਣੀ ਵਿਥਿਆ ਨੂੰ ਬਿਆਨ ਕੀਤਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਜਾਣਦਾ ਸੀ ਕਿ ਤੇਰੇ ਮਨ ਦੇ ਅੰਦਰ ਵਿਚਾਰ ਕੀ ਚੱਲ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਦਾ ਰੂਪ ਨੇ। ਭੱਟ ਸਾਹਿਬਾਨ ਕਹਿ ਰਹੇ ਨੇ ਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਰਮਾਤਮਾ ਦਾ ਰੂਪ ਦੱਸ ਰਹੇ ਨੇ। ਤਾਂ ਸੱਜਣ ਠੱਗ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਢਹਿ ਪਿਆ। ਅੱਜ ਇਤਿਹਾਸ ਦੇ ਅੰਦਰ ਭਾਈ ਸੱਜਣ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਤਾਂ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਜੇਕਰ ਤੂੰ ਗੁਰੂ ਦੇ ਕੋਲੇ ਆ ਕੇ ਗੁਰੂ ਦੇ ਗਿਆਨ ਰੂਪੀ ਅੱਗ ਨੂੰ ਹਿਰਦੇ ਦੇ ਵਿੱਚ ਜਲਾ ਲੈਣਾ ਤਾਂ ਕੋਸ਼ਿਸ਼ ਕਰਕੇ ਵਿਕਾਰਾਂ ਰੂਪੀ ਲੱਕੜਾਂ ਨੂੰ ਵੀ ਤੂੰ ਇਸ ਅੱਗ ਦੇ ਵਿੱਚ ਪਾ ਦੇ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਇਹ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਨਾ, ਇਹ ਤੇਰੀ ਦੂਰ ਹੋ ਜਾਵੇਗੀ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਮਾਲਕ ਕਹਿੰਦੇ ਕਿ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰੋਂ ਮੋਹ ਟੁੱਟ ਗਿਆ। ਮੋਹ ਗੁਰਮੁਖੋ ਇਹ ਨਹੀਂ ਕਿ ਮੋਹ ਨੂੰ ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰ ਦੇਣਾ ਹੈ, ਕਿਉਂਕਿ ਜੇ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਮੋਹ ਹੀ ਖਤਮ ਹੋ ਗਿਆ ਤਾਂ ਮਨੁੱਖ ਦਾ ਜੀਵਨ ਰੁੱਖਾ ਰੁੱਖਾ ਲੱਗਦਾ ਹੈ। ਆਪਸੀ ਜੇਕਰ ਸਾਡੇ ਅੰਦਰ ਇਹ ਮਿਲਾਪ ਬਣਿਆ ਹੋਇਆ ਹੈ, ਇਹ ਸਮਾਜ ਦੀ ਆਪਸੀ ਵਾਰਤਾਲਾਪ ਬਣੀ ਹੋਈ ਹੈ, ਉਹ ਗੁਰਮੁਖੋ ਪਿਆਰ ਦੇ ਕਰਕੇ ਤੇ ਮੋਹ ਦੇ ਕਰਕੇ ਹੈ। ਪਰ ਸਿੱਖੀ ਦੇ ਅੰਦਰ ਮੋਹ ਦੀ ਵੀ ਇੱਕ ਮਿਕਦਾਰ ਹੈ, ਇੱਕ ਲਿਮਟ ਹੈ। ਹੰਕਾਰ ਦੀ ਵੀ ਇੱਕ ਮਿਕਦਾਰ ਹੈ। ਮਾਲਕ ਕਹਿੰਦੇ ਕਿ ਅੰਦਰੋਂ ਜਿਨ ਕਾ ਮੋਹ ਟੁੱਟਾ। ਇਸ ਮੋਹ ਤੋਂ ਭਾਵ ਕੀ ਹੈ? ਇੱਥੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਨਹੀਂ ਕਹਿ ਰਹੇ ਕਿ ਤੂੰ ਪਰਿਵਾਰ ਦੇ ਨਾਲੋਂ ਮੋਹ ਤੋੜ ਦੇ, ਤੂੰ ਦੁਨੀਆ ਦੇ ਨਾਲੋਂ ਮੋਹ ਤੋੜ ਦੇ। ਕਹਿੰਦੇ ਕਿ ਮੋਹ ਕਿਹੜਾ ਤੋੜਨਾ ਹੈ? ਜਿਹੜੀਆਂ ਮਨ ਦੇ ਅੰਦਰ ਤੇਰੇ ਧਨ ਪਦਾਰਥ ਦੀਆਂ ਇੱਛਾਵਾਂ ਪੈਦਾ ਹੋਈਆਂ ਨੇ। ਤੇਰੇ ਮਨ ਦੇ ਅੰਦਰ ਇੱਛਾ ਹੈ ਕਿ ਮੈਂ ਅੱਜ ਇਸ ਨੂੰ ਪ੍ਰਾਪਤ ਕਰਨਾ ਹੈ, ਅੱਜ ਮੈਂ ਇਤਨਾ ਧਨ ਪਦਾਰਥ ਇਕੱਠਾ ਕਰਨਾ ਹੈ। ਮਾਲਕ ਕਹਿੰਦੇ ਕਿ ਇਸ ਮੋਹ ਨੂੰ ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰ। ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਇਸ ਮੋਹ ਨੂੰ ਭਾਵ ਕਿ ਸੰਸਾਰ ਦੀਆਂ ਵਸਤਾਂ ਨੂੰ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਹੈ, ਮਾਲਕ ਕਹਿੰਦੇ ਕਿ ਜਦੋਂ ਇਹਨਾਂ ਇੱਛਾਵਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰ ਲਿਆ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਤਾਂ ਫਿਰ ਸੱਚਮੁੱਚ ਹੀ ਸੱਚੇ ਸ਼ਬਦ ਦੇ ਦੁਆਰਾ ਜ਼ਿੰਦਗੀ ਸਵਰ ਜਾਂਦੀ ਹੈ। ਜੇਕਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਦੇ ਅੰਦਰ ਅਸ਼ਾਂਤੀ ਪੈਦਾ ਹੋਈ ਸੀ ਕਿ ਕਿਤੇ ਨਾ ਕਿਤੇ ਮਨ ਜਿਹੜਾ ਹਿਰਦਾ ਹੈ, ਇਹ ਜਿਹੜੀ ਮਤ ਹੈ, ਬੁੱਧ ਹੈ, ਕਿਤੇ ਨਾ ਕਿਤੇ ਪਰਮਾਤਮਾ ਦੇ ਗਿਆਨ ਤੋਂ ਦੂਰ ਹੈ, ਤਾਂ ਹੀ ਫਿਰ ਗੁਰਮੁਖੋ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਕੀਤੀ, ਉਮਰ 73 ਸਾਲ ਦੀ ਉਮਰ ਹੈ, ਇਤਨੀ ਬਿਰਧ ਅਵਸਥਾ ਦੇ ਅੰਦਰ ਵੀ ਜਾ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਕਰਦੇ ਨੇ। ਬਿਆਸੇ ਦਰਿਆ ਤੋਂ ਜਾ ਕੇ ਇਸ਼ਨਾਨ ਕਰਨ ਦੇ ਵਾਸਤੇ ਪਾਣੀ ਲੈ ਕੇ ਆਉਂਦੇ ਨੇ। ਦੇਖੋ ਉਮਰ ਕਿਤਨੀ ਹੈ, 73 ਸਾਲ ਦੀ ਉਮਰ ਹੈ, ਕਿਉਂਕਿ ਉਮਰਾਂ ਦਾ ਕੋਈ ਤਕਾਜ਼ਾ ਨਹੀਂ। ਮਾਲਕ ਕਹਿੰਦੇ ਕਿ
ਤੂੰ ਬਿਰਧ ਅਵਸਥਾ ਦੇ ਵਿੱਚ ਜਾ ਕੇ ਵੀ ਜੇਕਰ ਤੂੰ ਪਰਮਾਤਮਾ ਦੇ ਨਾਮ ਨੂੰ ਜਪੇ ਤਾਂ ਤੇਰਾ ਜੀਵਨ ਸੰਵਰ ਸਕਦਾ ਹੈ। ਕਿਉਂਕਿ ਸਾਡੇ ਮਨਾਂ ਦੇ ਅੰਦਰ ਇਹ ਖਿਆਲ ਬਣੇ ਹੋਏ ਨੇ ਕਿ ਨਾਮ ਜਪਣ ਦੇ ਵਾਸਤੇ ਸਿਰਫ ਬੁਢੇਪੇ ਦੀ ਅਵਸਥਾ ਹੀ ਹੈ। ਜਵਾਨੀ ਅਸੀਂ ਖਾ ਪੀ ਕੇ ਗੁਜ਼ਾਰ ਦਿੰਦੇ ਹਾਂ, ਬਚਪਨ ਸਾਡਾ ਬੜੀ ਅਨਭੋਲ ਅਵਸਥਾ ਦੇ ਵਿੱਚ ਨਿਕਲ ਜਾਂਦਾ ਹੈ। ਨਹੀਂ, ਗੁਰਮੁਖੋ ਮਾਲਕ ਕਹਿ ਰਹੇ ਨੇ ਕਿ ਤੂੰ ਆਪਣੇ ਜੀਵਨ ਦੇ ਅੰਦਰ ਇਹਨਾਂ ਸਵਾਸਾਂ ਨੂੰ ਸੰਭਾਲ। ਤਿਨਕਾ ਸ਼ਬਦ ਸੱਚੈ ਸਵਾਰਿਆ, ਤਾਂ ਹੀ ਤੇਰਾ ਜੀਵਨ ਇਹ ਜਿਹੜਾ ਸੰਵਰ ਸਕਦਾ ਹੈ। ਫਿਰ ਮਾਲਕ ਕਹਿੰਦੇ ਨੇ ਕਿ ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਿ ਅਸਲ ਦੇ ਵਿੱਚ ਆਨੰਦ ਇਹੀ ਹੈ ਕਿ ਜਦੋਂ ਤੂੰ ਆਪਣੇ ਮਨ ਦੇ ਵਿੱਚੋਂ ਇਹ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਸੀ, ਕਰ ਕਿਰਪਾ ਕਿਲ ਵਿਖ ਕਟੇ। ਇਹ ਕਿਲ ਵਿਖ ਕਿਹੜੇ ਸੀ? ਜਿਹੜੇ ਹਿਰਦੇ ਦੇ ਅੰਦਰ ਜਿਹੜੇ ਤੇਰੇ ਟਿਕੇ ਸੀ, ਜੋ ਤੇਰੇ ਹਿਰਦੇ ਦੇ ਅੰਦਰ ਟਿਕਾ ਨਹੀਂ ਲਿਆਉਣ ਦਿੰਦੇ ਸੀ। ਮਾਲਕ ਕਹਿੰਦੇ ਕਿ ਜਦੋਂ ਇਹ ਕਿਲ ਵਿਖ ਤੇਰੇ ਕੱਟੇ ਗਏ। ਇਹ ਕੱਟੇ ਕਦੋਂ ਜਾਣਿਆ? ਜਦੋਂ ਮਨ ਦੇ ਅੰਦਰ ਸਾਡੇ ਗੁਰੂ ਦੇ ਪ੍ਰਤੀ ਪ੍ਰਤੀਤ ਆ ਗਈ। ਪ੍ਰੀਤ ਤਾਂ ਸਾਡੇ ਅੰਦਰ ਹੈ, ਪਰ ਜਿਸ ਦਿਨ ਸੱਚਮੁੱਚ ਗੁਰੂ ਦੇ ਪ੍ਰਤੀ ਪ੍ਰਤੀਤ ਆ ਗਈ, ਜੇਕਰ ਭੂਮੀਆਂ ਚੋਰ ਗੁਰਮੁਖੋ ਰਾਜੇ ਨੂੰ ਸੱਚਮੁੱਚ ਸੱਚ ਦੱਸ ਦਿੰਦਾ ਹੈ, ਗੁਰੂ ਦੇ ਨਾਲ ਪ੍ਰੀਤ ਸੀ ਤਾਂ ਹੀ ਆ ਕੇ ਚਰਨਾਂ ਦੇ ਵਿੱਚ ਢਹਿ ਪਿਆ ਸੀ। 3 ਬਚਨ ਹਿਰਦੇ ਦੇ ਅੰਦਰ ਟਿਕ ਗਏ ਸੀ। ਚੋਰੀ ਕਰਨ ਸਮੇਂ ਯਾਦ ਆ ਗਿਆ ਕਿ ਗੁਰੂ ਨੇ ਕਿਹਾ ਸੀ ਕਿ ਚੋਰੀ ਨਹੀਂ ਕਰਨੀ, ਕਿਉਂਕਿ ਗੁਰੂ ਦੀ ਅੰਦਰ ਪ੍ਰਤੀਤ ਵਰਤ ਰਹੀ ਹੈ। ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ, ਅੰਦਰ ਗੁਰੂ ਦੀ ਪ੍ਰਤੀਤ ਵਰਤ ਰਹੀ ਹੈ, ਤਾਂ ਹੀ ਉਹ ਬਚਨ ਗੁਰੂ ਦੇ ਯਾਦ ਆ ਰਹੇ ਸੀ। ਗੁਰਮੁਖੋ ਸਾਡੇ ਅੰਦਰ ਪ੍ਰਤੀਤ ਨਹੀਂ। ਜੋ ਗੁਰੂ ਕਹਿ ਰਿਹਾ ਹੈ, ਕਿਉਂਕਿ ਸਾਡੀ ਜਿਹੜੀ ਬਿਰਤੀ ਹੈ, ਅਸੀਂ ਵਿਕਲਪ ਬਿਰਤੀ ਦੇ ਵਿੱਚ ਜਿਉ ਰਹੇ ਹਾਂ। ਸਾਡੀ ਬਿਰਤੀ ਨਿੰਦਰਾ ਬਿਰਤੀ ਹੈ। ਕਿਸੇ ਦਾ ਮਨ ਜਿਹੜਾ ਅਵਿਦਿਆ ਦੇ ਵਿੱਚ ਅਭਾਵ ਹੋਇਆ ਪਿਆ ਹੈ। ਜਿਨ੍ਹਾਂ ਦੀ ਵਿਕਲਪ ਬਿਰਤੀ ਹੈ, ਉਹਨਾਂ ਦਾ ਮਨ ਜਿਹੜਾ ਗੁਰੂ ਦੇ ਕੋਲੇ ਆ ਕੇ ਸੁੱਖਾਂ ਦੀਆਂ ਇਛਿਆਵਾਂ ਕਰ ਰਿਹਾ ਹੈ, ਸੁੱਖਾਂ ਨੂੰ ਲੱਭ ਰਿਹਾ ਹੈ, ਸਿਰਫ ਦੁਨਿਆਵੀ ਸੁੱਖਾਂ ਨੂੰ। ਮਨ ਇਕਾਗਰ ਨਹੀਂ। ਗੁਰਮੁਖੋ ਲੋੜ ਹੈ ਕਿ ਮਨ ਦੇ ਅੰਦਰ ਅਸੀਂ ਸਿਮਰਤੀ ਬਿਰਤੀ ਨੂੰ ਧਾਰਨ ਕਰੀਏ, ਕਿਉਂਕਿ ਇਸ ਬਿਰਤੀ ਨੂੰ ਧਾਰਨ ਕਰਨ ਦੇ ਨਾਲ ਜਿਉਂ-ਜਿਉਂ ਅਸੀਂ ਗੁਰੂ ਦੇ ਗਿਆਨ ਨੂੰ ਲਵਾਂਗੇ, ਗੁਰੂ ਦਾ ਗਿਆਨ ਸਾਡੇ ਹਿਰਦੇ ਦੇ ਅੰਦਰ ਜਾਵੇਗਾ, ਫਿਰ ਅਸੀਂ ਆਪਣੇ ਆਪ ਦੀ ਖੋਜ ਕਰਨ ਲੱਗਾਂਗੇ। ਭਗਤ ਕਬੀਰ ਸਾਹਿਬ ਕਹਿ ਰਹੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਸ ਪਰੇਸ਼ਾਨੀ ਦੇ ਅੰਦਰ ਅੱਜ ਸੰਸਾਰ ਵਿਚਰ ਰਿਹਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਸਿੱਖ ਦੀ ਰਹਿਣੀ ਦੱਸ ਦਿੱਤੀ ਕਿ ਪਰਮਾਤਮਾ ਦੇ ਨਾਲ ਕਿੱਦਾਂ ਮਿਲਣਾ ਹੈ। ਤਾਂ ਹੀ ਮਾਲਕ ਸਾਨੂੰ ਕਹਿ ਰਹੇ ਨੇ, ਕਹਿਣ ਲੱਗੇ ਕਿ ਤੂੰ ਆਪਣੇ ਜੀਵਨ ਦੇ ਅੰਦਰ ਐਸਾ ਕਦੀ ਵੀ ਪਦਾਰਥ ਨਾ ਖਾ ਕਿ ਤੇਰੇ ਮਨ ਦੇ ਅੰਦਰ ਵਿਕਾਰ ਪੈਦਾ ਹੋਣ। ਕਿਉਂਕਿ ਧਰਮ ਨੂੰ ਕਮਾਉਣ ਦੇ ਵਾਸਤੇ ਉਸ ਅਵਸਥਾ ਜਿਹੜੀ ਮਾਲਕ ਨੇ ਦੱਸੀ ਹੈ ਕਿ ਆਨੰਦ ਪ੍ਰਾਪਤ ਕਰਨਾ ਹੈ, ਉਸ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਮਾਲਕ ਨੇ ਸਾਨੂੰ ਇਹ ਸ਼੍ਰੀ ਰਾਗ ਦੇ ਅੰਦਰ ਤਾਕੀਦ ਕੀਤੀ ਹੈ ਕਿ ਕਦੇ ਵੀ ਤੂੰ ਆਪਣੇ ਸਰੀਰ ਦੇ ਉੱਤੇ ਐਸੇ ਵਸਤਰ ਨਾ ਪਹਿਨ ਕੇ ਜਿਹੜਾ ਦੁਨੀਆ ਦਾ ਮਨ ਜਿਹੜਾ ਭਟਕਣਾ ਦੇ ਵਿੱਚ ਭਟਕੇ। ਕਦੇ ਵੀ ਐਸਾ ਪਦਾਰਥ ਜੀਵਨ ਦੇ ਅੰਦਰ ਨਾ ਖਾ ਕਿ ਤੇਰੇ ਮਨ ਦੇ ਅੰਦਰ ਵਿਕਾਰ ਪੈਦਾ ਹੋਣ, ਕਿਉਂਕਿ ਇਹ ਸਾਨੂੰ ਤਾਕੀਦ ਕਰ ਦਿੱਤੀ ਸੀ। ਕਿਉਂਕਿ ਜਦੋਂ ਅਸੀਂ ਇਸ ਅਵਸਥਾ ਦੇ ਉੱਤੇ ਪਹੁੰਚਣਾ ਹੈ, ਉਸ ਤੋਂ ਪਹਿਲਾਂ ਸਾਨੂੰ ਜੀਵਨ ਦੇ ਅੰਦਰ ਧਰਮ ਕਮਾਉਣਾ ਪੈਣਾ ਹੈ, ਧਰਮ ਦੀ ਸੋਝੀ ਹੋਣੀ ਚਾਹੀਦੀ ਹੈ। ਪਰ ਗੁਰਮੁਖੋ ਧਰਮ ਅਸੀਂ ਕਿੱਥੇ ਕਮਾ ਰਹੇ ਹਾਂ? ਮਾਲਕ ਨੇ ਸਾਨੂੰ ਤਾਂ ਹੀ ਕਿਹਾ ਕਿ ਆਪਣੇ ਜੀਵਨ ਦੇ ਅੰਦਰ ਇਤਨਾ ਕੁ ਸੌਂ, ਇਤਨਾ ਕੁ ਖਾ, ਇਤਨਾ ਚੰਗਾ ਪਹਿਨ ਕੇ ਤੂੰ ਆਪਣੇ ਜੀਵਨ ਦੇ ਅੰਦਰ ਧਰਮ ਨੂੰ ਕਮਾ ਸਕੇ। ਪਰ ਗੁਰਮੁਖੋ ਅਸੀਂ ਨੀਂਦ ਕੈਸੀ ਲੈ ਰਹੇ ਹਾਂ? ਮਾਇਆ ਰੂਪੀ ਨੀਂਦ ਲੈ ਰਹੇ ਹਾਂ, ਧਨ ਪਦਾਰਥਾਂ ਰੂਪੀ ਨੀਂਦ ਲੈ ਰਹੇ ਹਾਂ, ਪਰ ਧਰਮ ਕਮਾਉਣ ਦਾ ਸਮਾਂ ਨਹੀਂ ਸਾਡੇ ਕੋਲੇ। ਕੰਮਾਂ ਕਾਰਾਂ ਤੋਂ ਵਿਹਲੇ ਜ਼ਰੂਰ ਹੋ ਜਾਂਦੇ ਹਾਂ,
ਪਰ ਗੁਰਮੁਖੋ ਫਿਰ ਸਾਡੇ ਅੰਦਰ ਉਹੀ ਵਿਚਾਰ, ਉਹੀ ਖਿਆਲ ਪ੍ਰਗਟ ਹੋਏ ਜਾ ਰਹੇ ਨੇ। ਧਰਮ ਦੇ ਨਾਮ ਦੀ, ਧਰਮ ਕਮਾਉਣ ਦਾ ਜੀਵਨ ਦੇ ਅੰਦਰ ਕਦੀ ਖਿਆਲ ਹੀ ਨਹੀਂ ਆਇਆ। ਗੁਰਮੁਖੋ ਜਿਸ ਦਿਨ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਪ੍ਰਤੀਤ ਆ ਗਈ, ਉਸ ਦਿਨ ਸਾਡੇ ਮਨ ਦੇ ਅੰਦਰ ਜਗਿਆਸਾ ਸੱਚਮੁੱਚ ਪੈਦਾ ਹੋ ਜਾਣੀ ਹੈ। ਉਸ ਜਗਿਆਸਾ ਦੇ ਵਿੱਚੋਂ ਫਿਰ ਜਿਹੜੇ ਵਿਚਾਰ ਪ੍ਰਗਟ ਹੋਣੇ ਨੇ, ਉਹਨਾਂ ਵਿਚਾਰਾਂ ਨੇ ਹੀ ਸਾਨੂੰ ਗੁਰੂ ਦੇ ਤਾਈਂ ਲੈ ਕੇ ਜਾਣਾ ਹੈ, ਪਰਮਾਤਮਾ ਦੇ ਤੱਕ ਲੈ ਕੇ ਜਾਣਾ ਹੈ। ਉਹਦੇ ਵਾਸਤੇ ਗੁਰਮੁਖੋ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਤੈਨੂੰ ਆਪਣੇ ਜੀਵਨ ਨੂੰ ਨੀਵਾਂ ਰੱਖਣਾ ਪੈਣਾ ਹੈ। ਵਾਰਾਂ ਦੇ ਵਿੱਚ ਕਹਿ ਰਹੇ ਨੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ, ਗੋਲਾ ਮੁੱਲ ਖਰੀਦ ਨਾ ਕਾਰੇ ਜੋਵਣਾ, ਨਾ ਤਿਸ ਭੂਖ ਨਾ ਨੀਂਦ ਨਾ ਖਾਣਾ ਸੋਵਣਾ। ਇਹ ਅਵਸਥਾ ਭਾਈ ਗੁਰਦਾਸ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਸਾਨੂੰ ਇਹ ਪ੍ਰਤੀਤ ਪੈਦਾ ਕਰਨ ਦੇ ਵਾਸਤੇ, ਇਹ ਆਨੰਦ ਪੈਦਾ ਕਰਨ ਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਅੰਦਰੋਂ ਮਾਰਨਾ ਪੈਣਾ ਹੈ, ਅੰਦਰੋਂ ਮੁਰਦੇ ਹੋਣਾ ਪੈਣਾ ਹੈ। ਤਾਂ ਹੀ ਸਾਡੇ ਅੰਦਰ ਉਹ ਅਵਸਥਾ ਪੈਦਾ ਹੋ ਸਕਦੀ ਹੈ ਜਿਹੜੀ ਮਾਲਕ ਕਹਿ ਰਹੇ ਨੇ ਕਿ ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਸਾਨੂੰ ਗੁਰੂ ਦੇ ਕੋਲੋਂ ਹੀ ਮਿਲਣਾ ਹੈ। ਗੁਰੂ ਨੇ ਸਾਨੂੰ ਦੱਸ ਦਿੱਤਾ ਹੈ, ਵਿਆਖਿਆ ਗੁਰੂ ਨੇ ਕਰ ਦਿੱਤੀ ਕਿ ਆਨੰਦ ਉਹ ਨਹੀਂ ਕਿ ਜਿਹੜੇ ਤੁਸੀਂ ਕਹਿ ਰਹੇ ਹੋ, ਕਿਉਂਕਿ ਦੁਨੀਆ ਦੁਨਿਆਵੀ ਆਨੰਦਾਂ ਦੇ ਵਿੱਚ ਤੁਰੀ ਫਿਰਦੀ ਹੈ। ਚੰਗਾ ਪਦਾਰਥ ਖਾ ਲਿਆ, ਸਾਨੂੰ ਆਨੰਦ ਆ ਗਿਆ, ਚੰਗਾ ਪਹਿਨ ਲਿਆ, ਆਨੰਦ ਆ ਗਿਆ। ਬੜੇ ਸਾਨੂੰ ਸੁਖੈਨ ਭਾਖਾ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ ਹੈ ਅੱਜ ਦੀ ਵਿਚਾਰ ਦੇ ਅੰਦਰ ਕਿ ਆਨੰਦ ਆਨੰਦ ਸਭ ਕੋ ਕਹੈ। ਆਨੰਦ ਤਾਂ ਕਹਿ ਰਿਹਾ ਕਿ ਹਰ ਕੋਈ ਮੇਰੇ ਅੰਦਰ ਆਨੰਦ ਹੈ, ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਮੈਂ ਵੀ ਆਪਣੇ ਜੀਵਨ ਦੇ ਅੰਦਰ ਕਦੇ ਇਹੀ ਕਹਿੰਦਾ ਸੀ ਕਿ ਮੇਰੇ ਅੰਦਰ ਵੀ ਬਹੁਤ ਆਨੰਦ ਹੈ, ਪਰ ਜਿਸ ਦਿਨ ਮੇਰੇ ਮਨ ਦੇ ਅੰਦਰ ਅਸ਼ਾਂਤੀ ਪੈਦਾ ਹੋਈ, ਪਤਾ ਲੱਗਿਆ ਕਿ ਇਹ ਆਨੰਦ ਪਰਮਾਤਮਾ ਤੱਕ ਨਹੀਂ ਲੈ ਕੇ ਜਾ ਸਕਦਾ ਹੈ। ਗੁਰਮੁਖੋ ਫਿਰ ਜਦੋਂ ਇਤਨੀ ਬਿਰਧ ਅਵਸਥਾ ਦੇ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ, ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦ ਦੀ ਵਿਆਖਿਆ ਕਰਦੇ ਹੋਏ ਕਿਹਾ, ਕਹਿਣ ਲੱਗੇ ਕਿ ਉਹ ਆਨੰਦ ਕਿੱਥੋਂ ਪ੍ਰਾਪਤ ਹੋਣਾ ਹੈ? ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਸਾਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਤਾਂ ਹੀ ਗੁਰਮੁਖੋ ਕੋਸ਼ਿਸ਼ ਇਹੀ ਕਰਿਆ ਕਰੀਏ ਕਿ ਅਸੀਂ ਦੁਨਿਆਵੀ ਆਨੰਦਾਂ ਤੋਂ ਪਾਸੇ ਹੋ ਕੇ, ਦੁਨਿਆਵੀ ਆਨੰਦਾਂ ਤੋਂ ਪਾਸੇ ਹੋ ਕੇ ਅਸੀਂ ਜੋ ਸਾਨੂੰ ਗੁਰੂ ਨੇ ਦੱਸਿਆ ਹੈ, ਦੁਨਿਆਵੀ ਆਨੰਦ ਗੁਰਮੁਖੋ ਸਦੀਵੀ ਨਹੀਂ। ਜੇਕਰ ਅਸੀਂ ਦੁਨਿਆਵੀ ਆਨੰਦ ਪ੍ਰਾਪਤ ਕਰ ਰਹੇ ਹਾਂ, ਉਸ ਆਨੰਦ ਦੇ ਵਿੱਚੋਂ ਸਾਨੂੰ ਇੱਕ ਦਿਨ ਦੁੱਖ ਪ੍ਰਾਪਤ ਹੋਣਾ ਹੈ। ਦੁਨਿਆਵੀ ਖੁਸ਼ੀ ਦੇ ਵਿੱਚੋਂ ਦੁੱਖ ਪ੍ਰਗਟ ਹੋਣਾ ਹੀ ਹੋਣਾ ਹੈ। ਮਾਲਕ ਨੇ ਕਿਹਾ ਕਿ ਤਾਂ ਹੀ ਮਾਲਕ ਕਹਿੰਦੇ ਕਿ ਤੂੰ ਗੁਰੂ ਦੇ ਦੱਸੇ ਹੋਏ ਕਾਰ ਦੇ ਉੱਤੇ ਚੱਲ, ਉਸ ਆਨੰਦ ਨੂੰ ਪ੍ਰਾਪਤ ਕਰ, ਕਿਉਂਕਿ ਇਹ ਆਨੰਦ ਸਦੀਵੀ ਹੈ। ਇਸ ਆਨੰਦ ਨੇ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਤੱਕ ਲੈ ਕੇ ਜਾਣਾ ਹੈ। ਕੋਸ਼ਿਸ਼ ਇਹੀ ਕਰੀਏ ਕਿ ਹਰ ਰੋਜ਼ ਸੰਗਤ ਦੇ ਵਿੱਚ ਆਉਨੇ ਆ ਕੇ ਗੁਰਮੁਖੋ ਅਸੀਂ ਪ੍ਰਮਾਣ ਬਿਰਤੀ ਨੂੰ ਛੱਡ ਕੇ, ਵਿਪਰਜ ਬਿਰਤੀ ਨੂੰ ਛੱਡ ਕੇ, ਨਿੰਦਰਾ ਬਿਰਤੀ ਨੂੰ ਛੱਡ ਕੇ, ਵਿਕਲਪ ਬਿਰਤੀ ਨੂੰ ਛੱਡ ਕੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਹਿਰਦੇ ਦੇ ਅੰਦਰ ਸਿਮਰਤੀ ਬਿਰਤੀ ਨੂੰ ਧਾਰਨ ਕਰੀਏ। ਤਾਂ ਹੀ ਗੁਰਮੁਖੋ ਅਸੀਂ ਪਰਮਾਤਮਾ ਦੇ ਘਰ ਦੇ ਤੱਕ ਪਹੁੰਚ ਸਕਦੇ ਹਾਂ। ਤਾਂ ਹੀ ਸਾਨੂੰ ਪਤਾ ਲੱਗਣਾ ਹੈ ਕਿ ਹਿਰਦੇ ਦੀ ਖੋਜ ਕਿਸ ਤਰ੍ਹਾਂ ਕਰਨੀ ਹੈ, ਪਰਮਾਤਮਾ ਤੱਕ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ। ਕੋਸ਼ਿਸ਼ ਕਰੀਏ ਕਿ ਆਪਣੇ ਮਨਾਂ ਦੇ ਅੰਦਰ, ਹਿਰਦੇ ਦੇ ਅੰਦਰ ਸੰਗਤ ਦੇ ਵਿੱਚ ਆ ਕਰਕੇ ਸਿਮਰਤੀ ਬਿਰਤੀ ਨੂੰ ਧਾਰਨ ਕਰਕੇ ਬੈਠਿਆ ਕਰੀਏ। ਤਾਂ ਹੀ ਗੁਰਮੁਖੋ ਮਾਲਕ ਕਹਿੰਦੇ ਕਿ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰੀ ਉਮੀਦ। ਇਹ ਜੇ ਸਾਨੂੰ ਗੁਰੂ ਨੇ ਸਵਾਸ, ਪਰਮਾਤਮਾ ਨੇ ਸਵਾਸ ਬਖਸ਼ੇ ਨੇ, ਇਹਨਾਂ ਸਵਾਸਾਂ ਨੂੰ ਗੁਰੂ ਦੇ ਲੇਖੇ ਲਾਈਏ। ਆਇਆ ਸਫਲਤਾ ਹੂੰ ਕੋ ਗਣੀਏ। ਸਾਡਾ ਵੀ ਇਸ ਸੰਸਾਰ ਦੇ ਉੱਤੇ ਆਇਆ ਸਫਲਿਆ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਦੀ ਦਸੀ ਕਾਰ ਦੇ ਅਸੀਂ ਚੱਲਾਂਗੇ। ਇਤਨਿਆਂ ਕੋ ਵਿਚਾਰਾਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਬੁਲਾਓ ਫਤਿਹ ਜੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ।